ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਜਦੋਂ ਆਪਾਂ ਪਿਛਲੀ ਵਾਰੀ ਮਿਲੇ ਸਾਂ ਤਾਂ ਹਿੰਦੁਸਤਾਨ ਵਿੱਚ 29 ਸੂਬੇ ਸਨ, ਹੁਣ 28 ਰਹਿ ਗਏ ਹਨ। ਬੜੀ ਦੂਰ ਦੀ ਸੋਚ ਕੇ ਕਸ਼ਮੀਰੀਆਂ ਨੂੰ ਘਰਾਂ ਵਿੱਚ ਬੰਦ ਕਰਕੇ ਕਰਫਿਊ ਨੁਮਾ ਹਾਲਾਤ ਬਣਾ ਕੇ ਜਿੱਥੇ ਚਾਰੋਂ ਪਾਸੇ ਫੌਜਾਂ ਹੀ ਫੌਜਾਂ ਸੀ, ਉੱਥੇ ਥੋੜੀਆਂ ਹੋਰ ਫੌਜਾਂ ਭੇਜ ਕੇ ਤਕੜੇ ਕਾਨੂੰਨੀ ਤੇ ਦਿਮਾਗੀ ਤਿਕੜਮ ਲੜਾ ਕੇ ਤੇ ਕਿਸੇ ਫਿਲਮੀ ਸਸਪੈਂਸ ਵਾਲੀ ਪ੍ਰਥਾ ਨਿਭਾ ਸਰਬ ਸ਼ਕਤੀਆਂ ਸੰਪੂਰਨ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦੇ ਚੁੰਗਲ ਤੋਂ ਛੁਡਾ ਲਿਆ। ਪੁਰਾਣੇ ਸੂਬੇਦਾਰ ਅੰਦਰ ਡੱਕ ਸੂਬੇ ਦੇ 2 ਟੁਕੜੇ ਕਰ 2 ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਕਰ ਦਿੱਤੇ ਨੇ। ਵੱਡੇ ਨੇਤਾ ਸਾਨੂੰ ਦੱਸ ਰਹੇ ਹਨ ਕਿ ਅਸਲ ਵਿੱਚ ਹੁਣ ਕਸ਼ਮੀਰ ਦੇ ਭਾਗ ਖੁੱਲੇ ਨੇ ਤੇ ਦੀਵਾਲੀ ਵਰਗਾ ਮਾਹੌਲ ਹੈ, ਪਰ ਭੰਗੜੇ ਵਾਦੀ ਨੂੰ ਛੱਡ ਕੇ ਬਾਕੀ ਦੇਸ਼ ਵਿੱਚ ਪੈ ਰਹੇ ਹਨ। ਕਸ਼ਮੀਰੀਆਂ ਨੂੰ ਇਸ ਸਭ ਕਾਸੇ ਦਾ ਕਿੰਨਾ ਵੱਡਾ ਫਾਇਦਾ ਹੋਵੇਗਾ, ਇਹ ਸਮਝਾਉਣ ਲਈ ਪ੍ਰਧਾਨ ਮੰਤਰੀ ਨੇ ਇੱਕ ਲੰਬਾ ਚੌੜਾ ਭਾਸ਼ਣ ਵੀ ਟੀਵੀ ਤੇ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਪਾਰਟੀਆਂ ਨੇ ਵੀ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨ ਵਿੱਚ ਸਰਕਾਰ ਦਾ ਸਾਥ ਦਿੱਤਾ। ਕਾਂਗਰਸ ਨੇ ਵਿਰੋਧ ਕੀਤਾ, ਪਰ ਉਹਦੇ ਵੀ ਕਈ ਨੇਤਾ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਹਨ। ਜਿਹੜੀਆਂ ਖੇਤਰੀ ਪਾਰਟੀਆਂ ਪਹਿਲਾਂ ਫੈਡਰਲਿਜ਼ਮ ਦੀਆਂ ਲੰਬਰਦਾਰ ਹੁੰਦੀਆਂ ਸਨ, ਉਹਨਾਂ ਵਿੱਚੋਂ ਵੀ ਕਈਆਂ ਨੇ ਸਰਕਾਰ ਦਾ ਸਾਥ ਦਿੱਤਾ। ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੈ। ਅਸੀਂ ਗੱਲ ਕਰਾਂਗੇ ਕਿ ਧਾਰਾ 370 ਦੇ ਖਤਮ ਹੋਣ ਨਾਲ ਦੇਸ਼ ਦੀ ਸਿਆਸਤ ਤੇ ਕੀ ਅਸਰ ਪਵੇਗਾ, ਮੌਜੂਦਾ ਸਿਆਸਤ ਤੇ ਭਵਿੱਖ ਦੀ ਸਿਆਸਤ ਉੱਤੇ। ਇਸ ਤੇ ਵੀ ਗੱਲ ਕਰਾਂਗੇ ਕਿ ਹੁਣ ਜਦੋਂ ਇਹ ਹੋ ਚੁੱਕਾ ਹੈ, ਫੇਟ ਅਕੰਪਲੀ ਹੈ, ਤਾਂ ਅੱਗੋਂ ਕੀ ਕਰਨਾ ਹੋਵੇਗਾ ਜਿਸ ਨਾਲ ਕਸ਼ਮੀਰੀ ਆਪਣੀ ਹੋਣੀ ਨੂੰ ਸਾਰਥਕ ਕਰ ਸਕਣ, ਦੇਸ਼ ਦੀਆਂ ਘੱਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰਨ ਤੇ ਅਸੀਂ ਤੁਸੀਂ ਤੇ ਕਸ਼ਮੀਰੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਦਾ ਸਿਰਨਾਮਾ ਲੱਭ ਸਕੀਏ। ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਪੋਲੀਟੀਕਲ ਸਾਇੰਟਿਸਟ ਨੇ, ਪੰਜਾਬ ਯੂਨੀਵਰਸਿਟੀ ਨਾਲ ਸੰਬੰਧ ਰੱਖਦੇ ਨੇ, ਇੱਕ ਲੰਬੇ ਸਮੇਂ ਤੋਂ ਕਸ਼ਮੀਰ ਦੀ ਸਿਆਸਤ ਨੂੰ ਤੇ ਕਸ਼ਮੀਰ ਤੇ ਹਿੰਦੁਸਤਾਨ ਦੇ ਰਿਸ਼ਤਿਆਂ ਨੂੰ ਸਟੱਡੀ ਕਰਦੇ ਆ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਹਰਚਰਨ ਬੈਂਸ ਜੀ। ਹਰਚਰਨ ਬੈਂਸ ਜੀ ਅਕਾਲੀ ਦਲ ਦੀ ਆਵਾਜ਼ ਨੇ, ਇੱਕ ਲੰਬੇ ਸਮੇਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਵਾਜ਼ ਨੇ। ਸਾਡੇ ਨਾਲ ਜੁੜ ਰਹੇ ਨੇ ਹਮੀਰ ਸਿੰਘ ਜੀ, ਬਹੁਤ ਹੀ ਪਰਸੈਪਟਿਵ ਪੱਤਰਕਾਰ ਨੇ, ਗਰਾਊਂਡ ਲੈਵਲ ਦੇ ਉੱਤੇ ਕਸ਼ਮੀਰ ਦੇ ਵਿੱਚ ਰਿਐਲਿਟੀਜ਼ ਨੂੰ ਦੇਖਦੇ ਨੇ। ਫੈਡਰਲਿਜ਼ਮ ਵਾਲੀ ਜਿਹੜੀ ਲੜਾਈ ਦੇ ਵਿੱਚ ਖੇਤਰੀ ਪਾਰਟੀਆਂ ਨੇ ਮੋਹਰੀ ਰੋਲ ਨਿਭਾਇਆ ਸੀ, ਉਸ ਨੂੰ ਬੜੀ ਨੇੜਿਓਂ ਸਟੱਡੀ ਕੀਤਾ। ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ਰੋਨ ਜੀ, ਜਿੰਨੇ ਕੋ ਸਾਡੇ ਨਾਲ ਜੁੜੇ ਨੇ ਇੰਨੇ ਕੋਈ ਸੰਵਿਧਾਨ ਦੇ ਨਾਲ ਵੀ ਜੁੜੇ ਨੇ, ਕਨਸਟੀਟਿਊਸ਼ਨ ਦੇ ਐਕਸਪਰਟ ਨੇ, ਪੇਸ਼ੇ ਤੋਂ ਵਕੀਲ ਨੇ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਅੱਗੇ ਵਧ ਕੇ ਕੰਮ ਕਰਦੇ ਨੇ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੇ ਇਹ ਨੈਸ਼ਨਲ ਆਰਗੇਨਾਈਜ਼ਿੰਗ ਸੈਕਟਰੀ ਨੇ। ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਇਹ ਜੋ ਕੁਝ ਕਸ਼ਮੀਰ ਦੇ ਵਿੱਚ ਹੋਇਆ ਇਹਨੂੰ ਇੱਕ ਤਾਂ 2 ਬਣੇ ਬਣਾਏ ਨੈਰੇਟਿਵਸ ਨੇ ਕਿ ਸਰਕਾਰ ਨੇ ਜ਼ੁਲਮ ਕਰ ਦਿੱਤਾ ਹੈ ਤੇ ਦੂਸਰਾ ਕਿ ਸਰਕਾਰ ਨੇ ਹੁਣ ਕਸ਼ਮੀਰ ਨੂੰ ਹਿੰਦੁਸਤਾਨ ਦੇ ਨਾਲ ਜੋੜ ਦਿੱਤਾ ਹੈ। ਸੱਚ ਅਕਸਰ ਦੋਨੋਂ ਐਕਸਟ੍ਰੀਮ ਨੈਰੇਟਿਵਸ ਦੇ ਵਿਚਕਾਰ ਕਿਤੇ ਡਿੱਗਿਆ ਪਿਆ ਹੁੰਦਾ ਹੈ। ਤੁਹਾਨੂੰ ਜਾਪਦਾ ਹੈ ਕਸ਼ਮੀਰ ਦੀ ਹੋਣੀ ਹੁਣ ਕਿਵੇਂ ਸਾਰਥਕ ਹੋਵੇਗੀ, ਹਿੰਦ ਕਸ਼ਮੀਰ ਦੇ ਰਿਸ਼ਤੇ ਕਿਵੇਂ ਬਣਨਗੇ, ਸਾਡਾ ਕਸ਼ਮੀਰ ਦਾ ਰਿਸ਼ਤਾ ਕਿਵੇਂ ਬਣੇਗਾ? ਦੇਖੋ, ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਕਸ਼ਮੀਰ ਇੰਡੀਆ ਦਾ ਇੰਟੈਗਰਲ ਪਾਰਟ ਹੈ ਤਾਂ ਸ਼ੁਰੂ ਤੋਂ ਹੀ ਹੈ। ਉਹਦੀ ਨੇਚਰ ਚੇਂਜ ਹੋ ਗਈ ਹੈ। ਨੇਚਰ ਚੇਂਜ ਵੀ ਕਿਸ ਤਰੀਕੇ ਦੇ ਨਾਲ ਹੋਈ ਹੈ, ਜਿਹੜਾ ਆਰਟੀਕਲ ਐਕਸੈਸ਼ਨ ਦਾ ਜਿਹੜਾ ਸਾਡਾ ਮੁਆਹਦਾ ਹੋਇਆ, ਉਸ ਤੋਂ ਬਾਅਦ ਆਰਟੀਕਲ 370 ਹੋਣ ਦੇ ਵਿੱਚ ਆਇਆ। ਪੰਡਿਤ ਜਵਾਹਰ ਲਾਲ ਨਹਿਰੂ ਵੀ ਕਹਿੰਦੇ ਸੀਗੇ ਕਿ ਕਿਸ ਦਾ ਕਿਸ ਜਾਏਗਾ, ਲੇਕਿਨ ਉਹਦਾ ਡੈਡ ਐਂਡ ਇਸ ਤਰੀਕੇ ਦੇ ਨਾਲ ਹੋਏਗਾ, ਉਹ ਚੀਜ਼ ਲੋਕਾਂ ਨੂੰ ਜਾਂ ਕਸ਼ਮੀਰੀਆਂ ਨੂੰ ਜਾਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਐਕਸਪੈਕਟਡ ਨਹੀਂ ਸੀਗਾ। ਹੋਇਆ ਇਹ ਹੈ ਕਿ ਕਿਸੇ ਨੂੰ ਵੀ ਕੌਨਫੀਡੈਂਸ 'ਚ ਲੈਤੇ ਬਿਨਾ, ਖਾਸ ਤੌਰ ਪਰ ਕਸ਼ਮੀਰੀਆਂ ਨੂੰ ਜਿਨ੍ਹਾਂ ਦੇ ਬਾਰੇ ਤੁਸੀਂ ਫੈਸਲਾ ਕਰ ਰਹੇ ਹੋ, 2 ਯੂਨੀਅਨ ਟੈਰੀਟਰੀਜ਼ ਬਣ ਗਈਆਂ, ਜੰਮੂ ਕਸ਼ਮੀਰ ਤੇ ਲੱਦਾਖ, ਤਿੰਨਾਂ ਦੇ ਲੋਕ ਆਪਣੇ ਆਪ ਨੂੰ ਸੈਟੀਸਫਾਈਡ ਮਹਿਸੂਸ ਨਹੀਂ ਕਰ ਰਹੇ ਹਨ। ਤੁਹਾਡਾ ਆਬਜੈਕਸ਼ਨ ਇਹਦੇ ਤੇ ਹੈ ਕਿ ਕਿਸ ਤਰ੍ਹਾਂ ਕੀਤਾ ਗਿਆ, ਕਿ ਉਹਨਾਂ ਨੂੰ ਵਿਸ਼ਵਾਸ ਹੀ ਲੱਗੇ ਕੀਤਾ ਜਾਣਾ ਚਾਹੀਦਾ ਸੀ ਕਿ ਇਹ ਕੀਤਾ ਜਾਣਾ ਸੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਸੀ। ਦੂਸਰੀ ਚੀਜ਼ ਇਹ ਹੈਗੀ ਹੈ, ਜਿਹੜਾ ਕੀਤਾ ਜਾਣਾ ਸੀਗਾ ਉਹ ਤਾਂ ਉਹਨਾਂ ਦੇ ਆਈਡੀਓਲੋਜੀ ਦਾ ਔਰ ਏਜੰਡੇ ਦਾ ਪਾਰਟ ਸੀਗਾ ਔਰ ਅੱਜ ਦਾ ਨਹੀਂ ਸੀਗਾ, 1952 ਤੋਂ ਚੱਲ ਰਿਹਾ ਸੀਗਾ ਕਿ ਇਹਨੂੰ ਖਤਮ ਹੋਣਾ ਚਾਹੀਦਾ। ਲੇਕਿਨ ਉਹਦੇ ਖਤਮ ਹੋਣ ਤੋਂ ਬਾਅਦ ਅਗਰ ਇਹ ਸੋਚੀਏ ਕਿ ਉਹਦੇ ਨਾਲ ਬਿਲਕੁਲ ਹਰ ਚੀਜ਼ ਚੇਂਜ ਹੋ ਜਾਏਗੀ ਔਰ ਹਰ ਚੀਜ਼ ਹੰਕੀ ਡੋਰੀ ਹੋ ਜਾਏਗੀ, ਬਹੁਤ ਵਧੀਆ ਹੋ ਜਾਏਗੀ। ਜਿਹੜੀ ਗਲਫ ਹੈ ਕਸ਼ਮੀਰ ਤੇ ਹਿੰਦੁਸਤਾਨ ਦੀ, ਉਹ ਪਾੜਾ ਘਟਿਆ ਕਿ ਵਧਿਆ? ਨਹੀਂ, ਉਹ ਬਲਕਿ ਹੋਰ ਵਧਿਆ। ਇਸ ਕਰਕੇ ਵਧਿਆ ਜਿਸ ਤਰ੍ਹਾਂ ਦੇ ਉੱਥੋਂ ਮੈਸੇजेस ਆ ਰਹੇ ਹਨ, ਜਿਹੜਾ ਕੋਈ ਮੈਸੇਜ ਆ ਨਹੀਂ ਰਿਹਾ, ਥੋੜਾ ਬਹੁਤ ਲੋਕਾਂ ਦੀ ਗੱਲ ਹੋ ਰਹੀ ਹੈ। ਉਹ ਲੋਕ ਜਿਹੜੇ ਫੈਂਸ ਤੇ ਬੈਠੇ ਸੀਗੇ ਉਹ ਵੀ ਹੁਣ ਇਹ ਮਹਿਸੂਸ ਕਰ ਲੈਣਗੇ ਕਿ ਹੁਣ ਅਸੀਂ ਵਾਕਈ ਇੱਕ ਆਕੂਪਾਈਡ ਏਰੀਆ ਬਣ ਕੇ ਰਹਿ ਗਏ ਹਾਂ, ਕਿਉਂਕਿ
ਜੰਮੂ ਵਾਲੇ ਵੀ ਚਾਹੁੰਦੇ ਸੀਗੇ ਕਿ 370 ਖਤਮ ਹੋਵੇ, ਲੇਕਿਨ ਸਮਥਿੰਗ ਵੈਰੀ ਮੇਜਰ। ਲੇਕਿਨ ਤੁਸੀਂ ਇਹ ਕਹਿ ਰਹੇ ਹੋ ਕਿ ਹਿੰਦੁਸਤਾਨ ਨੂੰ ਆਕੂਪੇਸ਼ਨਲ ਫੋਰਸ ਹੈ ਕਸ਼ਮੀਰ ਦੇ ਵਿੱਚ। ਉਹ ਇਹੀ ਮਹਿਸੂਸ ਕਰਦੇ ਆ, ਅੱਜ ਦੇ ਨਹੀਂ। ਤੁਹਾਨੂੰ ਪਤਾ ਹੈ ਨਾ ਸਰਕਾਰ ਕੋਲ ਰਾਈਟ ਹੈ ਵੀ ਕਿਸੇ ਨੂੰ ਟੈਰਰਿਸਟ ਘੋਸ਼ਿਤ ਕਰਨ ਦਾ। ਜ਼ਿਆਦਾਤਰ ਲੋਕ ਤਾਂ ਪਹਿਲਾਂ ਵੀ ਮਹਿਸੂਸ ਕਰਦੇ ਸੀ, ਲੇਕਿਨ ਉਹ ਲੋਕ ਜਿਹੜੀ ਥੋੜੀ ਬਹੁਤ ਆਪਣੀ ਆਵਾਜ਼ ਨੂੰ ਦਬਾ ਕੇ ਇਹ ਕਹਿੰਦੇ ਸੀਗੇ ਕਿ ਨਹੀਂ, ਉਹ ਵੀ ਹੁਣੇ ਮਹਿਸੂਸ ਕਰ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਇੱਕਦਮ ਵਡਾਂਗਾ ਕੀਤਾ ਹੈ, ਉਹ ਚੀਜ਼ ਜਿਹੜੀ ਹੈਗੀ ਆ ਉਹਦੇ ਨਾਲ ਬੈਂਸ ਸਾਹਿਬ ਜਿਹੜਾ ਪ੍ਰੋਫੈਸਰ ਮੁਹੰਮਦ ਖਾਲਿਦ ਨੂੰ ਇਹ ਲਿਖਿਆ ਕਿ ਅਜੇ ਉੱਥੋਂ ਜਿੰਨੀ ਕੋ ਆਵਾਜ਼ ਆ ਰਹੀ ਹੈ, ਕਿਉਂਕਿ ਬਹੁਤ ਜ਼ਿਆਦਾ ਆਵਾਜ਼ ਆ ਨਹੀਂ ਰਹੀ ਹੈ, ਸਾਨੂੰ ਦਰਅਸਲ ਕਸ਼ਮੀਰ ਦੇ ਰਿਐਕਸ਼ਨ ਦਾ ਕਿਵੇਂ ਪਤਾ ਲੱਗੇਗਾ। ਫੋਰ ਐਗਜ਼ਾਮਪਲ ਪ੍ਰਤਾਪ ਭਾਨੂ ਮਹਿਤਾ ਇਹ ਕਹਿ ਰਹੇ ਨੇ, ਉਹ ਕਹਿੰਦੇ ਨੇ ਹਰ ਰਿਪਬਲਿਕ ਦੀ ਹਿਸਟਰੀ ਵਿੱਚ ਕਦੀ ਇਹੋ ਜਿਹਾ ਸਮਾਂ ਆਉਂਦਾ ਕਿ ਆਪਣੇ ਆਪ ਨੂੰ ਜੈਕ ਬੂਟ ਤੱਕ ਰਿਡਿਊਸ ਕਰ ਲੈਂਦਾ। ਉਹ ਕਹਿ ਰਹੇ ਨੇ there are times in the history of a republic when it reduces itself to a jackboot. We are witnessing that movement in Kashmir. ਕਦੀ ਇਤਿਹਾਸ ਵਿੱਚ ਅਜਿਹਾ ਸਮਾਂ ਆਉਂਦਾ ਹੈ ਕਿ ਸਟੇਟ ਰਾਜ ਆਪਣੇ ਆਪ ਨੂੰ ਕੇਵਲ ਇੱਕ ਜੁੱਤੀ ਤੱਕ ਰਿਡਿਊਸ ਕਰ ਲੈਂਦਾ। ਅਸੀਂ ਕਸ਼ਮੀਰ ਵਿੱਚ ਉਹ ਪਲ ਦੇਖ ਰਹੇ ਹਾਂ। ਮੈਂ ਸਮਝਦਾ ਕੋਈ ਇਹਨਾਂ ਦੀ ਗੱਤ ਕਥਨੀ ਨਹੀਂ ਹੈ ਜੀ। ਇਹ ਜਿਹੜੀ ਸੈਂਟੀਮੈਂਟ ਇਹ ਦੱਸ ਰਹੇ ਨੇ, ਮੇਰੇ ਖਿਆਲ ਦੇ ਵਿੱਚ ਇਹ ਸੈਂਟੀਮੈਂਟ ਐਗਜ਼ੈਕਟਲੀ ਰਿਫਲੈਕਟ ਕਰ ਰਿਹਾ ਹੋਏਗਾ ਜੋ ਇਸ ਵੇਲੇ ਕਸ਼ਮੀਰੀ ਬਿਲਕੁਲ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋਣਗੇ। ਬਲਕਿ ਆਪਾਂ ਬਾਹਰ ਬੈਠੇ ਵੀ ਕਰ ਰਹੇ ਹਾਂ, ਆਪਾਂ ਸ਼ਾਇਦ ਜ਼ਿਆਦਾ ਰੈਜ਼ੋਨੇਟ ਕਰਦੇ ਹਾਂ ਕਿਉਂਕਿ ਆਪਾਂ ਪੰਜਾਬ 'ਚ ਇਹ ਦੇਖਿਆ ਸੈਂਟੀਮੈਂਟ। ਆਪਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਇੱਥੇ, ਆਪਾਂ 1984 ਦੇ ਵਿੱਚ ਆਪਾਂ ਐਗਜ਼ੈਕਟਲੀ ਬਹੁਤ ਕੁਝ ਦੇਖਿਆ ਇਦਾਂ ਦਾ ਸਿਮਿਲਰ, ਕਿਉਂਕਿ ਕਲੈਂਪ ਡਾਊਨ ਕਰਨਾ ਜਾਂ ਤੁਸੀਂ ਉਹ ਸਾਰਾ ਜਿਹੜਾ ਕਰਫਿਊ ਇੰਪੋਜ਼ ਕਰਨਾ, ਇਨ ਵਨ ਵੇ ਵੀ ਹੈਵ ਸ਼ੇਅਰਡ ਹਿਸਟਰੀ, ਨਹੀਂ ਬਲਕਿ ਥੋੜਾ ਜਿਹਾ ਜ਼ਿਆਦਾ ਇੱਥੇ ਥੋੜਾ ਘੱਟ ਸੀ ਦੇਖਿਆ ਜਾਵੇ ਕੰਪੈਰੀਜ਼ਨ ਦੇ ਵਿੱਚ। ਮੈਂ ਜੋ ਲੱਗ ਰਿਹਾ ਤੇ ਦੂਰੋਂ, ਕਿਉਂਕਿ ਇੱਥੇ ਦਾ ਆਪਾਂ ਨੂੰ ਪਤਾ ਹੈ, ਉੱਥੇ ਦਾ ਸਿਰਫ ਐਟਰੋਸਿਟੀਜ਼ ਦੀ ਗਾਥਾ ਜ਼ਿਆਦਾ ਲੰਬੀ ਹੈ, ਲੱਗ ਰਿਹਾ ਵੀ ਇੱਥੇ ਪੰਜਾਬ ਨਾਲੋਂ ਵੀ ਜ਼ਿਆਦਾ ਹੈ ਜੀ ਜਿਹੜੀ ਇੰਟੈਂਸਿਟੀ ਹੈ ਇਸ ਚੀਜ਼ ਦੀ। ਔਰ ਟੂ ਦੈਟ ਐਕਸਟੈਂਟ ਜਿਹੜੀ ਇਹ ਸੈਂਟੀਮੈਂਟ ਹੈਗਾ ਕਿ ਉਹ ਜੈਕ ਬੂਟ ਵਾਲਾ, ਮੇਰੇ ਖਿਆਲ ਉੱਥੇ ਦੇ ਲੋਕੀ ਜਿਹੜੇ ਨੇ, ਔਰ ਈਵਨ ਆਪਾਂ, ਇਹ ਬਿਲਕੁਲ ਸਹੀ ਗੱਲ ਹੈ, ਪ੍ਰਭਾਵ ਲੱਗ ਰਿਹਾ ਕਿ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ। ਔਰ ਇਹ ਵੀ ਨਾਲ ਗੱਲ ਸਹੀ ਹੈ ਵੀ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ, ਬਲਕਿ ਮੈਂ ਤਾਂ ਸਮਝਦਾ ਵੀ ਕਿਸੇ ਵੀ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਹੋਣਾ ਜਿਹੜਾ ਬਹੁਤ ਹੀ, ਮੈਨੂੰ ਤੁਸੀਂ ਕੀ ਕਹੀਏ ਕੋਈ ਵਰਡ ਚਲੋ ਇਹਦੇ ਤੇ ਆਪਣੀ ਸਹਿਮਤੀ ਹੈ। ਤਾਂ ਜਿਹੜਾ ਇਹ ਡਾਇਗਨੋਸਟਿਕ ਟੂਲ ਜਿਹੜਾ ਲੱਭਿਆ, ਜਿਹੜੀ ਟ੍ਰੀਟਮੈਂਟ ਕੀਤੀ ਹੈ ਸਰਕਾਰ ਨੇ, ਕਿ ਕਿਉਂਕਿ ਕਸ਼ਮੀਰ ਦੇ ਬਾਰੇ ਇੱਕ ਨੈਰੇਟਿਵ ਬਣਾਇਆ ਗਿਆ ਨੰਬਰ 1 ਕਿ 35A ਜਿਹੜਾ ਡਿਸਕ੍ਰਿਮੀਨੇਟਰੀ ਹੈ, ਆਰਟੀਕਲ 370 ਕੋਈ ਇੰਟੈਗ੍ਰੇਸ਼ਨ ਦਾ ਮੈਕੈਨਿਜ਼ਮ ਨਹੀਂ ਹੈ, ਇਹ ਤਾਂ ਸਗੋਂ ਸੈਪਰੇਸ਼ਨ ਵਧਾਉਣ ਵਾਲਾ ਟੂਲ ਹੈ। ਤੇ ਪਹਿਲਾਂ ਇੰਡੀਅਨ ਸਟੇਟ ਦੇ ਕੋਲ ਗਟਸ ਨਹੀਂ ਹੈਗੀਆਂ ਸੀ, ਤੇ ਹੁਣ ਗਟਸ ਨੂੰ ਉਹਨਾਂ ਨੇ ਕੀ ਕਿਹਾ ਅਮਿਤ ਸ਼ਾਹ ਜੀ ਨੇ ਕਿ ਜਿਗਰ ਹੈ, ਹੁਣ ਜਿਗਰ ਵਾਲੀ ਸਰਕਾਰ ਹੈ। ਤੁਹਾਨੂੰ ਲੱਗਦਾ ਹੈ ਇਹ ਰਸਤਾ ਠੀਕ ਸੀ ਕਿ ਇੱਕ ਡਿਫਰੈਂਟ ਸੌਫਟ ਅਪਰੋਚ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਜਿਸ ਨੂੰ ਫੇਲਰ ਦੇ ਤੌਰ ਤੇ ਦੇਖਿਆ ਗਿਆ? ਯੂ ਸੀ ਲਾਈਕ ਇਨ ਦ ਕੇਸ ਆਫ ਪੰਜਾਬ, ਜਿਹੜੇ ਵਾਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, there were better ways definitely। ਆਪਾਂ ਪੰਜਾਬ ਬਾਰੇ ਵੀ ਗੱਲ ਕਰਦੇ ਹਾਂ ਨਾ, ਰੋਜ਼ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਵੀ ਉਸ ਵੇਲੇ ਬਿਹਤਰ ਤਰੀਕੇ ਸਨ, ਜੋ ਤਰੀਕਾ ਟੈਂਕ ਲੈ ਕੇ ਜਾਣ ਨਾਲ ਤਾਂ ਸੈਟਲ ਬਿਹਤਰ ਤਰੀਕੇ ਸਨ, ਡੈਫੀਨਿਟਲੀ ਬੈਟਰ ਤਰੀਕੇ ਸਨ। ਇੱਥੇ ਵੀ ਮੈਨੂੰ ਮਹਿਸੂਸ ਇਦਾਂ ਹੁੰਦਾ ਹੈ ਕਿ ਤਰੀਕੇ ਤੋਂ ਬੈਟਰ ਹੋ ਸਕਦੇ ਸੀਗੇ ਜੇ ਤੁਸੀਂ, ਲੇਕਿਨ ਐਸਪੀ ਸਿੰਘ ਜੀ, ਜਿਹੜਾ ਮੈਨੂੰ ਲੱਗਦਾ ਹੈ ਕਿ ਕੁਝ ਗੱਲਾਂ ਦੱਸੀਆਂ ਨਹੀਂ ਜਾ ਰਹੀਆਂ ਇਹ ਸਾਰੇ ਕੇਸ ਦੇ ਬਾਰੇ, ਜੋ ਮੇਰਾ ਆਪਣਾ ਵਿਊ ਆ, ਮੈਂ ਸਮਝਦਾ ਦੱਸੀਆਂ ਨਹੀਂ ਜਾ ਰਹੀਆਂ, ਜਿਹੜੀਆਂ ਕਿ ਦੱਸੀਆਂ ਜਾਣੀਆਂ ਚਾਹੀਦੀਆਂ ਸੀ। ਤੇ ਉਹਦੇ ਨਾਲ ਸ਼ਾਇਦ ਸਾਰੀ ਗੱਲ ਦਾ ਕੰਟੈਕਸਟ ਆਪਾਂ ਲਈ ਵੀ ਤੇ ਕਸ਼ਮੀਰੀਆਂ ਵਾਸਤੇ ਵੀ ਤੇ ਜਿਹੜੇ ਬੰਦੇ ਬਾਹਰ ਬੈਠੇ ਨੇ ਉਹਨਾਂ ਵਾਸਤੇ ਵੀ ਸਮਝਣਾ ਥੋੜਾ ਜਿਹਾ। ਯੂ ਵਾਂਟ ਟੂ ਡਵੈਲ ਔਨ ਦੈਟ? ਯਾਰ ਥੋੜਾ ਬਰੀਫਲੀ ਦੱਸਦਾ ਜਿੰਨਾ ਟਾਈਮ ਆਪਣੇ ਕੋਲ ਹੋਏਗਾ, ਕਿ ਉਹ ਦੱਸੀਆਂ ਜਾਣੀਆਂ ਚਾਹੀਦੀਆਂ ਸੀ ਕਿ ਉਹ ਫੋਰ ਐਗਜ਼ਾਮਪਲ ਜਿਹੜੇ ਇਹਦੇ ਫੈਕਟਰਸ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਪ੍ਰੈਸਪੀਟੇਟ ਕੀਤਾ, ਸ਼ਾਇਦ ਇਹਨਾਂ ਦੇ ਉਹ ਠੀਕ ਹੈ ਗੱਲ ਵੀ ਇਹਨਾਂ ਦੇ ਏਜੰਡਾ ਸੀ, ਇਹਨਾਂ ਦੇ ਮੈਨੀਫੈਸਟੋ ਚੱਲਿਆ ਆ ਰਿਹਾ ਬੜੀ ਦੇਰ ਤੋਂ, ਪਿਛਲੀ ਸਰਕਾਰ 'ਚ ਵੀ ਸੀ, ਉਹ ਤੋਂ ਪਹਿਲਾਂ ਵੀ ਬਹੁਤ ਦੇਰ, ਤੁਹਾਨੂੰ ਪਤਾ ਸਾਰੀ ਗੱਲ ਦਾ, ਬਹੁਤ ਦੇਰ ਤੋਂ ਇਹਨਾਂ ਦਾ ਚੱਲਿਆ ਆ ਰਿਹਾ। ਲੇਕਿਨ ਜਿਹੜੇ ਪ੍ਰੈਸਪੀਟੇਟਿੰਗ ਫੈਕਟਰ ਸੀਗੇ ਉਹਨਾਂ ਬਾਰੇ ਮੇਰਾ ਖਿਆਲ ਦੱਸਿਆ ਜਾਣਾ ਚਾਹੀਦਾ ਸੀ ਇਸ ਵਾਰੀ। ਉਹ ਜਿਹੜੇ ਪ੍ਰੈਸਪੀਟੇਟਿੰਗ ਫੈਕਟਰਸ ਨੇ, ਐਂਡ ਆਮ ਨਾਟ ਸੇਇੰਗ that those are the reasons, but I'm saying ਕਿ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਪ੍ਰੈਸਪੀਟੇਟ ਜ਼ਰੂਰ ਕੀਤਾ। ਉਹ ਜਿਵੇਂ ਫॉर एग्जांपल ਅਫਗਾਨਿਸਤਾਨ ਦੀ ਸਿਚੁਏਸ਼ਨ ਹੈ, तो अफगानिस्तान की सिचुएशन think एक्सटर्नल फैक्टर सी अफगानिस्तान की सिचुएशन सी या डोनाल्ड ट्रंप ने जिस किस्म की स्टेटमेंट दी या पाकिस्तान ने जिस तरीके डोनाल्ड ट्रंप ਨੂੰ ਅਪਰੋਚ ਕੀਤਾ, ਥੋੜਾ ਜਿਹਾ ਫਰਕ ਹੈ ਦੋਨਾਂ 'ਚ, ਜਿਹੜੇ ਅਫਗਾਨਿਸਤਾਨ ਦੀ ਸਿਚੁਏਸ਼ਨ ਔਰ ਡੋਨਾਲਡ ਟਰੰਪ ਦੇ ਰਿਮਾਰਕਸ ਦੇ ਰੋਲ ਜਿਹੜੇ ਨੇ ਉਹ ਥੋੜਾ ਜਿਹਾ ਵੈਲ ਔਨ ਦੈਟ, ਕਿਉਂਕਿ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਵੀ ਬਹੁਤ ਸਾਰੀ ਗੱਲਾਂ ਕਹੀਆਂ ਗਈਆਂ ਸੀ ਕਿ ਕੁਝ ਇਹੋ ਜਿਹਾ ਹੋਣ ਵਾਲਾ ਸੀ ਤੇ ਪਾਕਿਸਤਾਨ ਕੁਝ ਇਹੋ ਜਿਹਾ ਕਰਨ ਵਾਲਾ ਸੀਗਾ। ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਜਿਹੜਾ ਡੋਨਾਲਡ ਟਰੰਪ ਦਾ ਵਿਊ ਹੈ ਨਾ, ਉਹ ਤਾਂ ਮੈਂ ਸਮਝਦਾ ਕਿ ਸ਼ਾਇਦ ਇੱਕ ਮੈਕਸਿਮਮ ਜੇ ਉਹਦਾ ਰੋਲ ਕੋਈ ਹੋਇਆ ਤਾਂ ਪ੍ਰੋਵੋਕੇਸ਼ਨ ਦਾ ਹੋਏਗਾ, ਉਹ ਤੋਂ ਵੱਧ ਨਹੀਂ। ਅਸਲੀ ਰੋਲ ਕੋਈ ਹੋਰ ਚੀਜ਼ ਹੈ। allow me to draw ਹਮੀਰ ਜੀ also into this। ਹਮੀਰ ਜੀ, ਜੋ ਹੋ ਗਿਆ ਉਹ ਤਾਂ ਸਾਹਮਣੇ ਹੈ ਇੱਕ ਵਾਰੀ, ਔਰ ਮੋਦੀ ਸਾਹਿਬ ਨੇ ਕਿਹਾ ਵੀ ਹੈ ਕਿ ਇਹ ਤਾਂ ਇਤਿਹਾਸ ਹੁਣ ਰਚਿਆ ਗਿਆ। ਹੁਣ ਇਹਦੇ ਨਾਲ ਕਸ਼ਮੀਰ ਕਿਵੇਂ ਰਹੇਗਾ
ਤੇ ਜਿਹੜਾ ਕਸ਼ਮੀਰ ਤੇ ਹਿੰਦੁਸਤਾਨ ਦਾ ਹੁਣ ਰਿਸ਼ਤਾ ਹੈ ਕਿ ਇਹਦੇ ਵਿੱਚੋਂ ਤੁਹਾਨੂੰ ਕੋਈ ਨਵੇਂ ਖਤਰੇ ਪੰਪ ਰਹੇ ਨੇ ਕਿ ਤੁਹਾਨੂੰ ਕੋਈ ਉਮੀਦ ਦਿਖਾਈ ਦਿੰਦੀ ਹੈ? ਇਹਦੇ ਚ ਮੈਨੂੰ ਲੱਗਦਾ ਕਿ ਸਗੋਂ ਨਵੇਂ ਖਤਰੇ ਐਡ ਹੋ ਰਹੇ ਨੇ। ਕੱਲਾ ਇਹ ਨਹੀਂ ਹੈ ਜੋ ਹੋ ਗਿਆ, ਇਹ ਤਾਂ ਚੱਲ ਹੀ ਰਿਹਾ ਕਿ ਕਰਤਾ ਕਸ਼ਮੀਰੀਆਂ ਦੇ ਜਿਵੇਂ ਕੀ ਰਿਐਕਸ਼ਨ ਹੋਣਾ ਬਾਅਦ ਚ ਪਤਾ ਲੱਗੇਗਾ, ਕਰਫਿਊ ਤੋਂ ਬਾਅਦ ਹੀ ਅਸਲ ਚ ਜ਼ਿਆਦਾ ਦੇਰ। ਨਾਲ ਦੀ ਨਾਲ ਉਸੇ ਫਲੋਰ ਆਫ ਦੀ ਹਾਊਸ ਤੇ ਖੜ ਕੇ ਇਹ ਵੀ ਕਿਹਾ ਗਿਆ ਕਿ ਹੁਣ ਇੱਕ ਕਦਮ ਹੋ ਗਿਆ, ਨੈਕਸਟ ਕਦਮ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਹਾਸਲ ਕਰਨਾ ਹੈ। ਉਹ ਤਾਂ ਹਮੇਸ਼ਾ ਸਾਡਾ ਇੱਕ ਬਿਆਨੀਆ ਰਿਹਾ। ਨਹੀਂ, ਹਮੇਸ਼ਾ ਦਾ ਕੁਐਸਚਨ ਸਮ ਪਾਰਟੀਜ਼ ਪੋਲੀਟੀਕਲ ਸਪੀਕ ਆਲਸੋ। ਨਾ ਪੋਲੀਟੀਕਲ ਸਪੀਕ ਹੋਰ ਚੀਜ਼ ਹੁੰਦੀ ਹੈ, ਜਦ ਇੱਕ ਐਕਸ਼ਨ ਕਰਕੇ ਤੁਸੀਂ ਅਗਲਾ ਐਕਸ਼ਨ ਦੀ ਗੱਲ ਕਰਦੇ ਹੋ ਕਿ ਹੁਣ ਅਗਲਾ ਐਕਸ਼ਨ ਇਹ ਹੋਏਗਾ। ਇਹ ਦੋ ਚੀਜ਼ਾਂ ਨੇ, ਦੋਨਾਂ 'ਚ ਬਿਲਕੁਲ ਫਰਕ ਹੈ। ਦੋਨਾਂ 'ਚ ਫਰਕ ਇਹ ਹੈ ਕਿ ਤੁਸੀਂ ਪਾਕਿਸਤਾਨ ਨਾਲ ਲੜਾਈ ਲਈ ਵੀ ਤਿਆਰ ਹੋ ਤੇ ਲੜਾਈ ਪਾਕਿਸਤਾਨ ਵੀ ਉਧਰੋਂ, ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਆਪਣੇ ਜੁਆਇੰਟ ਸੈਸ਼ਨ ਦੇ ਵਿੱਚ ਕਿਹਾ ਹੈ ਖੜ ਕੇ ਕਿ ਸਾਨੂੰ ਤੁਸੀਂ ਮਜਬੂਰ ਕਰ ਰਹੇ ਹੋ। ਸਟੇਟ ਜਿਹੜਾ ਆਪਣਾ ਪ੍ਰਿੰਸੀਪਲ ਟੂਲ ਹੈ ਉਹ ਸਾਈਕੋਲੋਜੀਕਲ ਫੀਅਰ ਨੂੰ ਬਣਾ ਰਹੀ ਹੈ। ਸਾਈਕੋਲੋਜੀਕਲ ਫੀਅਰ ਤਾਂ ਹੋ ਹੀ ਚੁੱਕਿਆ, ਕੱਲਾ ਇੱਕ ਗੱਲ ਨਾਲ ਨਹੀਂ ਬਣਾ ਰਹੀ। ਜਿੰਨਾ ਲੰਮੇ ਸਮੇਂ ਤੋਂ ਪਿਛਲੇ 5 ਸਾਲਾਂ ਦੇ ਵਿੱਚ ਮੌਬ ਲਿੰਚਿੰਗ ਦਾ ਕੁਐਸਚਨ ਸੀ, ਜਿੰਨਾ ਅਰਬਨ ਨਕਸਲੀ ਕਹਿ ਕੇ ਬੰਦਿਆਂ ਤੇ ਇੱਕ ਅਟੈਕ ਕਰਨ ਦਾ ਕੁਐਸਚਨ ਸੀ, ਔਰ ਜਿੰਨਾ ਡਿਫਰੈਂਟ ਟਾਈਪ ਦੀਆਂ ਮਿਨੋਰਟੀਜ਼, ਖਾਸ ਤੌਰ ਤੇ ਇੱਕ ਪਾਰਟਿਕੂਲਰ ਮਿਨੋਰਟੀ ਨੂੰ ਤਾਂ ਬਹੁਤ ਜ਼ਿਆਦਾ ਟਾਰਗੇਟ ਕਰਨ ਦਾ ਸਵਾਲ ਹੈ। 303 ਐਮਪੀ ਇੱਕ ਪਾਰਟੀ ਦੇ, ਹੁਣ ਉਹ ਚ ਇੱਕ ਵੈਸਟ ਬੰਗਾਲ ਚੋਂ ਵੀ ਇੱਕ ਮੈਜੋਰਟੀ, ਬਹੁਤ ਓਵਰਵੈਲਿੰਗ ਮੈਜੋਰਟੀ ਚੋਂ ਇੱਕ ਮੁਸਲਮ ਜਿੱਤ ਕੇ ਆਇਆ ਹੋਵੇ ਤੇ ਬਾਕੀ ਹੋਵੇ ਹੀ ਨਾ, ਸੱਤਾ 'ਚ ਹਿੱਸੇਦਾਰੀ ਬਿਲਕੁਲ, ਇਹ ਤਾਂ ਇੱਕ ਕੰਟੀਨਿਊ ਪ੍ਰੋਸੈਸ ਹੈ। ਸਵਾਲ ਪੁੱਛੇ ਜਾ ਚੁੱਕੇ ਨੇ, ਉਹਨਾਂ ਦੇ ਜਵਾਬ ਨਹੀਂ ਆਏ, ਸੋ ਆਪਾਂ ਇਸੇ ਲਈ ਕੰਟੀਨਿਊ ਪ੍ਰੋਸੈਸ ਹੈ ਕਿ ਜਿੰਨੇ ਬਿੱਲ ਇਦੋਂ ਬਾਅਦ ਬਣ ਰਹੇ ਨੇ, ਚਾਹੇ ਉਹ ਜੀਓਪੀਏ ਹੈ, ਚਾਹੇ ਉਹ ਐਨਆਈਏ ਹੈ, ਚਾਹੇ ਉਹ ਆਰਟੀਆਈ ਹੈ, ਚਾਹੇ ਉਹ ਜਿੰਨੇ ਵੀ ਮਰਜ਼ੀ ਨੇ, ਟੋਟਲ ਸਟੇਟਾਂ ਰਿਡਿਊਸ ਹੋ ਗਈਆਂ ਮਿਊਨਿਸਪੈਲਿਟੀ ਤੱਕ। ਇਦੋਂ ਪਹਿਲਾਂ ਵੀ ਸਟੇਟਾਂ ਘੱਟ ਸੀ, ਪਰ ਇਹ ਆਈਡੀਆ ਉਹ ਹੈ ਤੁਸੀਂ ਕਹਿ ਰਹੇ ਹੋ ਜਿਹੜਾ ਡਾਈਵਰਸ, ਇਹ ਜਿਹੜਾ ਮੂਵ ਹੈ ਇਹਨੂੰ ਸਾਰੇ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ। ਐਂਡ ਇਟ ਇਜ਼ ਨਾਟ ਜਸਟ ਮੁਸਲਿਮਸ, ਨਾ ਕੇਵਲ ਇੱਕ ਸੰਦਰਭ ਨਹੀਂ ਹੈ, ਨਾ ਹੀ ਕੇਵਲ ਹੁਣ ਕੋਈ ਘੱਟ ਗਿਣਤੀ ਪਾਰਟਿਕੂਲਰ ਨਿਸ਼ਾਨੇ ਤੇ। ਕੰਟਰੀ ਨੂੰ ਰਨ ਕਰਨ ਦਾ ਕਨਸੈਪਟ ਕੀ ਹੈ? ਤੁਸੀਂ ਇਹ ਕਹਿ ਰਹੇ ਹੋ ਕਿ ਡਾਈਵਰਸਿਟੀ ਨੂੰ ਤੁਸੀਂ ਓਨ ਨਹੀਂ ਕਰ ਰਹੇ, ਤੁਸੀਂ ਇੱਕ ਸਿੰਗਲ ਰੂਲ, ਸਿੰਗਲ ਤਰੀਕਾ ਅਲਾਉ ਕਰ ਰਹੇ ਹੋ। ਉਹਨਾਂ ਦਾ ਕਹਿਣਾ ਤੁਸੀਂ ਲੰਬੇ ਸਮੇਂ ਤੋਂ ਬੜੀ ਪੁਸਲੈਨਿਮਸ ਜੀ ਸਟੇਟ ਬਣਾਈ ਹੋਈ ਸੀ, ਬੜਾ ਨਰਮ ਜਿਹਾ ਕੰਟਰੀ ਬਣਾ ਰੱਖਿਆ ਸੀ, ਅਸੀਂ ਐਵੇਂ ਹੀ ਸੌਫਟ ਟਾਰਗੇਟ ਬਣੀ ਜਾਂਦੇ ਸੀ। ਰੌਲਾ ਹੈ ਕਿ ਫਿਰ ਮਿਲਟਰੀ ਤੇ ਪੁਲਿਸ ਰਾਜ ਬਣਾਓ ਤੇ ਮਿਲਟਰੀ ਸਟੇਟ ਬਣਾਓ, ਉਹਦਾ ਅਲਟਰਨੇਟਿਵ ਤਾਂ ਇਹੀ ਹੈ। ਇਹ ਕੋਈ ਨੈਸੈਸਰਲੀ ਸਟਰੋਂਗ ਸਟੇਟ, ਇਹ ਨੈਸੈਸਰਲੀ ਹੈ। ਹਿਟਲਰ ਵੀ ਤਾਂ ਜਿੱਤ ਕੇ ਆਇਆ ਓਵਰਵੈਲਮਿੰਗ ਮੈਜੋਰਟੀ ਨਾਲ। ਕਮ ਆਫ ਇਟ, ਸਟਰੋਂਗ ਸਟੇਟ ਦਾ ਵੀ ਤਾਂ ਇੱਕ ਬਿਆਨੀਆ ਹੁੰਦਾ ਹੈ ਨਾ। ਸਟਰੋਂਗ ਸਟੇਟ ਦਾ ਜਿਹੜਾ ਬਿਆਨੀਆ, ਜਿੰਨੀਆਂ ਸਟਰੋਂਗ ਸਟੇਟਸ ਨੇ ਉਹ ਕਿਹੜੀ ਸਟੇਟ? ਸੌਫਟ ਸਟੇਟ ਤੇ ਹਿਟਲਰ ਦੇ ਵਿਚਕਾਰ ਵੀ ਤਾਂ ਹੈ ਨਾ। ਨਹੀਂ, ਜਿਹੜਾ ਉਹਦੇ ਵਿੱਚ ਹੈ ਸਟਰੋਂਗ ਸਟੇਟ ਦਾ ਕਨਸੈਪਟ, ਉਹ ਕਿਹੜੀ ਸਟੇਟ ਨੂੰ ਸਟਰੋਂਗ ਮੰਨਦੇ ਆ ਸੀ ਦੁਨੀਆ 'ਚ? ਸੋਵੀਅਤ ਯੂਨੀਅਨ ਟੁੱਟ ਗਿਆ, ਜਿੱਥੇ ਸਟਰੋਂਗ ਪਾਰਟੀ ਇੱਕੋ ਪਾਰਟੀ ਸੀ। ਪਾਕਿਸਤਾਨ ਟੁੱਟਿਆ, ਸਾਡੇ ਸਾਹਮਣੇ ਯੂਗੋਸਲਾਵੀਆ ਟੁੱਟਿਆ, ਚੈਕੋਸਲੋਵਾਕੀਆ ਟੁੱਟਿਆ, ਕਿੰਨੇ ਕੰਟਰੀ ਟੁੱਟੇ ਜਿਹੜੇ ਸਟਰੋਂਗ ਨੇ, ਜਿਹੜੇ ਫੈਡਰਲ ਕੰਟਰੀ ਨੇ। ਤੁਹਾਡੇ ਸਾਹਮਣੇ ਕੈਨੇਡਾ ਵੀ ਹੈ, ਤੁਹਾਡੇ ਸਾਹਮਣੇ ਬਾਕੀ ਦੇ ਕਿੰਨੇ ਕੰਟਰੀ ਹੋਰ ਨੇ, ਉਹ ਬੈਟਰ ਤਰੀਕੇ ਨਾਲ ਚੱਲ ਸਕਦੇ। ਤੁਸੀਂ ਡਾਈਵਰਸਿਟੀ ਨੂੰ ਭੱਜ ਕੇ ਜੇ ਕਹਿੰਦੇ 370 ਸਾਰੀਆਂ ਚੀਜ਼ਾਂ ਦੀ ਇੱਕੋ ਇੱਕ ਕਾਰਨ ਹੈ, ਤਾਂ 371 ਕਿਉਂ ਕਾਰਨ ਨਹੀਂ ਜੀ? ਤੁਸੀਂ ਨਾਗਾਲੈਂਡ 'ਚ ਵੀ ਬਹੁਤ ਬਿੱਲ ਨਹੀਂ ਬਣਾ ਸਕਦੇ, ਤੁਸੀਂ ਚਾਹੁੰਦੇ ਤਾਂ ਮਿਜ਼ੋਰਮ ਦੇ ਵਿੱਚ ਵੀ ਬਹੁਤ ਕੁਝ ਚੀਜ਼ਾਂ ਨਹੀਂ ਬਣਾ ਸਕਦੇ। ਤੁਸੀਂ ਚਾਹੁੰਦੇ ਤਾਂ ਮੌਜੂਦ ਤੇ ਦੁਬਾਰਾ ਆ ਜਾਵਾਂਗਾ। ਕਰਪਸ਼ਨ ਵੀ 370 ਜਿਹੜੇ ਲੌਜਿਕ ਨੇ, 370 ਨੂੰ ਰਿਡਿਊਸ ਕਰਨ ਦੇ ਜਿਹੜੇ ਲੌਜਿਕ ਦਿੱਤੇ ਜਾ ਰਹੇ ਨੇ, ਉਹ ਲੌਜਿਕ 'ਚ ਦਮ ਨਜ਼ਰ ਨਹੀਂ ਆਉਂਦਾ ਨਾ ਜੀ। ਜਦ ਤਾਂ ਉਹਦੇ 'ਚ ਦਮ ਨਜ਼ਰ ਆਉਂਦਾ ਕਿ ਅਸੀਂ ਰਿਡਿਊਸ ਕਰਕੇ ਕਰ ਰਹੇ ਹਾਂ। ਅਨਲਾਈਕ ਮੀ, ਡਿਪੈਂਡਿੰਗ ਅਪਨ ਯਰ ਪਾਵਰਸ ਆਫ ਬ੍ਰੈਵਿਟੀ, ਤੁਹਾਨੂੰ ਲੱਗਦਾ ਹੈ ਇਹ ਜੋ ਕੁਝ ਕੀਤਾ ਜਾ ਰਿਹਾ ਹੈ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਆਯਾਮ ਸਾਹਮਣੇ ਹੋਰ ਨਜ਼ਰ ਆ ਰਹੇ ਨੇ? ਹਮੀਰ ਜੀ ਕਹਿ ਰਹੇ ਨੇ ਕਿ ਪੀਓਕੇ ਜੇ ਦੀ ਗੱਲ ਹੋ ਰਹੀ ਹੈ, ਜਾਂ ਤੁਹਾਨੂੰ ਲੱਗਦਾ ਜਿਸ ਕਿਸਮ ਦੇ ਲਾਜ਼ ਨੇ, ਆਫਟਰ ਆਲ ਸਾਰੇ ਇੱਕ ਪੈਟਰਨ ਦੇ ਵਿੱਚ ਫਿੱਟ ਵੀ ਹੁੰਦੇ ਨੇ? ਅਸੀਂ ਦਰਅਸਲ ਦੁਨੀਆ ਦੇ ਵਿੱਚ ਬਦਲਦੀਆਂ ਰਿਐਲਿਟੀਜ਼ ਦੇ ਨਾਲ ਰਹਿਣ ਯੋਗ ਹੁਣ ਬਣ ਰਹੇ ਹਾਂ, ਜਿੱਥੇ ਇਹੋ ਜਿਹੇ ਕਿਸਮ ਦੀ ਕਾਨੂੰਨ ਸਾਜ਼ੀ ਵੀ ਚਾਹੀਦੀ ਹੈ, ਸਟਰੋਂਗ ਸਟੇਟ ਵੀ ਚਾਹੀਦੀ ਹੈ, ਪਰ ਲੋਕਾਂ ਨਾਲ ਰਾਬਤਾ ਰੱਖਣ ਵਾਲੀ ਸਟੇਟ ਵੀ ਚਾਹੀਦੀ ਹੈ। ਤੇ ਕੋਈ ਇਹ ਚੈਲੰਜ ਨਹੀਂ ਕਰ ਸਕਦਾ कि नरेंद्र मोदी का लोगों नाल एक सीधा राबता है, तो वो कनेक्ट रेजोनेट करता है। जिस तरीके से आपने अपना क्वेश्चन फ्रेम किया है, मुझे लगता है आप किसी तरीके से जस्टिफाई कर रहे हैं। मैं जस्टिफाई नहीं कर रहा, मैं कह रहा हूं ये तो कोई इनकार नहीं कि दुनिया बदल रही है, पर नरेंद्र मोदी जी की पॉपुलैरिटी इसलिए सब ठीक है। ये लोग देखिए, how else do you do things in a democracy? और लोकतंत्र किस तरह करनी है? कोई लोकतंत्र की बात नहीं होती। हमने 3 हफ्ते पहले शायद यही एक शो किया था जहां हमने फेडरलिज्म की बात की थी। सामने कॉन्स्टिट्यूशन पे है, ਉਹਨੂੰ ਵੀ ਨਮਨ ਹੈ ਤੇ ਲੋਕਤੰਤਰ ਦੀ ਜਿਹੜੀ ਇਹ ਗਿਣਤੀਆਂ ਮਿੰਤੀਆਂ ਨੇ ਉਹਨੂੰ ਵੀ ਨਮਨ करना ਪੈਂਦਾ। हर दफ्तर में गांधी जी की फोटो होती है, अंबेडकर जी की फोटो होती है, पर उनके आइडियाज को कोई नहीं मानता। हमारे आज का आप लगा के देखो, अमित शाह जी की सारे मानेंगे उनकी। बिल्कुल सही। हमारा आज का संविधान भी वैसे ही बनता जा रहा है, जो इसके जो प्रोमिसेस किए गए थे, जो विश्वासघात आज आपने कश्मीर के लोगों के साथ किया है, जो हमारा विलय हुआ था वो उन कुछ प्रोमिसेस के बेसिस पे हुआ था, और आज वो आपने विश्वास तोड़ दिया है। क्या गारंटी है कि हमारे जो इतने और स्टेट्स हैं जिनके साथ, इंक्लूडिंग महाराष्ट्र, इंक्लूडिंग तमिलनाडु, इंक्लूडिंग नॉर्थ ईस्टर्न स्टेट्स, सबके साथ एक गिव एंड टेक हुआ है, पंजाब दा नाना लिया जाए, और हर स्टेट के साथ एक अलग रिलेशन है। हम यूरोपियन यूनियन जितनी बड़ी जगह है, वी आर अ सब कॉन्टिनेंट, और हर हमारा प्रदेश अलग है, अलग भाषा, अलग कल्चर, हर चीज अलग है।
आज कश्मीर का अवाम हमारे साथ क्यों आए? जब हमने जो वायदे किए थे, नेहरू जी ने वायदे किए थे, कांग्रेस ने वायदे किए थे, कॉन्स्टिट्यूएंट असेंबली ने वायदे किए थे। याद रखिए शेख अब्दुल्ला जी भी कॉन्स्टिट्यूएंट असेंबली का पार्ट थे। ਹੁਣ ਮੋਦੀ ਸਾਹਿਬ ਵੀ ਕੁਝ ਪ੍ਰੋਮਿਸ ਕਰ ਰਹੇ ਨੇ ਉੱਥੇ। ਮੋਦੀ ਸਾਹਿਬ ਨੇ ਦੇਖੀਏ ਕਿਆ ਇੰਡਸਟਰੀ ਪ੍ਰੋਮਿਸ ਕੀਤਾ ਲੱਗੇਗੀ, ਜੌਬਸ ਹੋਣਗੇ, ਹੈਂਡੀਕ੍ਰਾਫਟਸ ਹੋਣਗੇ, ਫਿਲਮਾਂ ਦੀ ਸ਼ੂਟਿੰਗ ਹੋਏਗੀ, ਮਤਲਬ ਮੈਨੂੰ ਹੋਰ ਵੀ ਵਾਅਦੇ ਨੇ ਕਾਫੀ ਸਾਰੇ, ਪੀਐਸਯੂ ਦੇ ਵਿੱਚ ਨੌਕਰੀਆਂ ਨੇ। मैं सिर्फ एक उसके फैक्ट बताता हूँ। जब लोगों ने कहा कि आपने स्टेट से भी डिमोट करके, जो स्टेट ऑटोनॉमी मांग रही थी और उससे भी डिमोट करके एक यूटी बना दिया, तो उन्होंने कहा हाँ हम उनको यूटी, फिर यूटी से स्टेट दोबारा बनाएंगे, पर तब बनाएंगे जब वहां पर बहुत ज्यादा विकास हो जाएगा। When things change. When things change। अब वो अगले 70 सालों में होगा, 100 सालों में होगा या कभी नहीं होगा, ये तो सब उनके ऊपर डिपेंड करता है ना। तो आपने उन लोगों को, आप इमेजिन कीजिए आपकी स्टेट छीन ली गई, आपकी आइडेंटिटी छीन ली गई, आपने दुनिया का सबसे बड़ा ओपन एयर जेल बना दिया, आपके लीडरों को जेल में डाल दिया गया। आई थिंक देखो एक गल बड़ी क्लीयर है, एज वी मूव फॉरवर्ड, ये थोड़े दिनों की गल है, ये त्यौहार निकल जाएंगे, ये कर्फ्यू ने भी हटना है, कम्युनिकेशंस ने भी ऑन होना है, मोबाइल फोन भी चलने ने, ਆਪਾਂ ਇੱਕ ਥੋੜ ਚਿਰੀ ਜੇ ਟਾਈਮ ਬੈਕ ਤੋਂ एसपीजी है, कोई शॉर्ट टर्म नहीं है, अभी आपने फुल कॉलोनी मोड बना लिया है। एसपीजी ऐसा है, अंग्रेजों से ज्यादा खराब हो रहे हैं। नहीं, मैं बताता हूँ कि हिस्ट्री ये कह रही है कि जिस वेले भी कर्फ्यू या ਜਿਹੜਾ लॉकडाउन ਚੱਕਿਆ ਗਿਆ ਕਸ਼ਮੀਰ ਦੇ ਵਿੱਚ, ਲੋਕ ਓਪਨ ਦੇ ਵਿੱਚ ਆਏ हैं और ओपन जाके उन्होंने जो प्रोटेस्ट भी होए, वायलेंस भी होए, यानी लोग बैठते नहीं हैं। ਇਹ ਜਿਹੜੀ ਹੈਗੀ ਤੇ ਹਿਸਟਰੀ ਦੱਸਦੀ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਨਾ, ਜਿਹੜੀ ਹਰਮੀਤ ਸਿੰਘ ਨੇ ਗੱਲ ਕੀਤੀ ਹੈ, ਬੜੀ ਇੰਪੋਰਟੈਂਟ ਗੱਲ ਹੈ ਕਿ ਤੁਸੀਂ 370 ਦੇ ਮਗਰ ਤਾਂ ਪਏ ਹੋਏ ਹੋ, ਕਿਉਂਕਿ ਅਗਰ ਤੁਸੀਂ ਉਹ ਖਤਮ ਕਰਦੇ ਹੋ ਤਾਂ ਤੁਹਾਡਾ ਇੱਕ ਵੋਟ ਬੈਂਕ ਕੰਸੋਲੀਡੇਟ ਹੁੰਦਾ ਜਿਹਦੇ ਉੱਪਰ ਤੁਸੀਂ ਰਾਜ ਕਰ ਰਹੇ ਹੋ, ਜਿਹਦੇ ਸਿਰ ਤੇ ਤੁਸੀਂ ਰਾਜ ਕਰ ਰਹੇ ਹੋ, ਜਿਹੜਾ ਬਾਕੀ ਦੇ ਦੇਸ਼ ਹਾਂ ਨਹੀਂ ਬਾਕੀ ਦੇ ਦੇਸ਼ ਦੇ ਵਿੱਚ 371 ਦੀ ਗੱਲ ਕਿਉਂ ਨਹੀਂ ਕਰਦਾ? ਉਹ ਕਹਿੰਦੇ ਨਹੀਂ, ਉਹ ਤਾਂ ਇੱਕ ਡਿਫਰੈਂਟ ਇਸ਼ੂ ਹੈ, ਇੱਕ ਡਿਫਰੈਂਟ ਇਸ਼ੂ। ਆਪਾਂ ਉਹਦੇ ਤੇ ਆ ਜਾਂਦੇ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਤੇ ਇੱਕ ਕਿਉਰਿਓਸਿਟੀ ਜੀ ਵੀ ਲੋਕਾਂ ਦੇ ਵਿੱਚ ਬਣੀ ਹੋਈ ਹੈ ਵੀ ਇਹ ਐਸਪੀ ਸਿੰਘ ਕੰਬਖਤ ਪੁੱਛ ਕਿਉਂ ਨਹੀਂ ਰਿਹਾ ਹਰਚਰਨ ਬੈਂਸ ਹੋਰਾਂ ਨੂੰ ਕਿ ਭਾਈ ਤੁਸੀਂ 370 ਦੇ ਮਾਮਲੇ ਦੇ ਵਿੱਚ ਸਰਕਾਰ ਦੀ ਸਪੋਰਟ ਕਿਉਂ ਕੀਤੀ ਹੈ, ਤੇ ਉਹ ਸਵਾਲ ਬਕਾਇਦਾ ਬਾਕੀ ਹੈ। ਮੈਂ ਵੀ ਇਸੇ ਲਈ ਰੱਖਿਆ ਕਿ ਤੁਸੀਂ ਬ੍ਰੇਕ ਤੋਂ ਬਾਅਦ ਵਾਪਸ ਆਵੋ, ਉਨੀ ਦੇ ਇਸ਼ਤਿਹਾਰ ਦੇਖੋ। ब्रेक तो बाद फिर स्वागत है। चर्चा कर रहे हैं जिस ढंग तरीके दे नाल कश्मीर दे विच धारा 370 हटाई गई है, जिस किस्म के हालात कश्मीर दे विच बने ने ते जिहड़ा रिश्ता हिंदुस्तान ते कश्मीर दे विच हुण नवीं किस्म दा तमीर हो रहा है, उहदे बारे साडे नाल चर्चा विच शामिल ने प्रोफैसर मोहम्मद खालिद जी, हरचरण बैंस जी अकाली दल के नुमाइंदे ने, हमीर सिंह जी सीनियर पत्रकार ने, ते अर्जुन शरोन जी संविधान के ज्ञाता ने। बैंस साहब, एक तो ऑप्टिक्स जिहड़ी है इस सारे मसले दे विच बहुत काउंट करती है ते ਇਹ ਪ੍ਰਭਾਵ ਲਿਆ ਜਾ ਰਿਹਾ ਹੈ ਲਿਬਰਲ ਹਲਕਿਆਂ ਦੇ ਵਿੱਚ ਵੀ, ਤੇ ਅਦਰਵਾਈਜ਼ ਵੀ ਮੈਨੂੰ ਲੱਗਦਾ ਹੈ ਤਾਂ ਕੋਈ ਇਨਕਾਰੀ ਘੱਟ ਹੋਵੇਗਾ ਕਿ ਜਿਹੜੀ ਜਨਰਲ ਆਪਟਿਕਸ ਹੈ ਉਹ ਇੰਟੈਗ੍ਰੇਸ਼ਨ ਦੀ ਘੱਟ ਹੈ, ਹਿਊਮਿਲੇਸ਼ਨ ਦੀ ਬਹੁਤ ਮਹਿਸੂਸ ਕੀਤੀ ਜਾ ਰਹੀ ਹੋਵੇਗੀ ਜ਼ਮੀਨ ਦੇ ਉੱਤੇ ਵਾਦੀ ਦੇ ਵਿੱਚ। ਵਨ ਰਿਸਪੌਂਡ ਟੂ ਦੈਟ, ਟੂ ਤੁਹਾਡੀ ਪਾਰਟੀ ਇੱਕ ਲੰਬਾ ਸਮਾਂ ਫੈਡਰਲਿਜ਼ਮ ਦੀ ਅਲੰਬਰਦਾਰ ਰਹੀ ਹੈ, ਰਾਜਾਂ ਦੇ ਵੱਧ ਅਧਿਕਾਰਾਂ ਦੀ ਰਹੀ ਹੈ। ਧਾਰਾ 370 ਨੂੰ ਬੜੀ ਵਾਰੀ ਕੋਟ ਕੀਤਾ ਜਾਂਦਾ ਰਿਹਾ ਕਿ ਪੰਜਾਬ ਨੂੰ ਵੀ ਇਸ ਕਿਸਮ ਦੇ ਅਧਿਕਾਰ ਹੋਣੇ ਚਾਹੀਦੇ ਨੇ, ਤੇ ਉਹ ਜਿਹੜਾ ਮਤਾ ਕੀ ਨਾ ਇੰਟਰਸਟਿੰਗ ਆਪ ਤੁਹਾਡਾ ਭਲਾ ਕਰੇ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹਦੇ ਵਿੱਚ ਤਾਂ ਬਕਾਇਦਾ ਕਿਹਾ ਗਿਆ ਕਿ ਕੇਂਦਰ ਕੋਲ ਕੇਵਲ ਇੰਨਾ ਕੁ ਹੀ ਅਧਿਕਾਰ ਹੋਣਾ ਚਾਹੀਦਾ ਤੇ ਬਾਕੀ ਰਾਜਾਂ ਕੋਲ ਹੋਣਾ ਚਾਹੀਦਾ। ਕਸ਼ਮੀਰ ਵਾਸ ਕਲੋਜ਼ਰ ਟੂ ਦੈਟ, ਤੇ ਇਹ ਆਮ ਧਾਰਨਾ ਸੀ ਕਿ ਤੁਸੀਂ ਵਾਰਡ ਦੇ ਦੂਜੇ ਪਾਸੇ ਖੜੇ ਹੋਵੋਗੇ। ਯੂ ਹੈਵ ਸਰਪ੍ਰਾਈਜ਼ਡ ਪੀਪਲ। I think we've not been able to really convey to the people that there's a difference between the optics and the substance here. Okay. ਉਹ ਇਹ ਹੈ ਕਿ ਜਿਹੜੀਆਂ ਤਾਂ ਪਹਿਲੇ ਆਪਟਿਕਸ ਨੇ, ਜਿਸ ਦੀ ਪਹਿਲੀ ਗੱਲ ਕਰ ਰਹੇ ਹਾਂ ਕਿ ਪ੍ਰਭਾਵ ਇਹ ਗਿਆ ਕਿ ਇਟਸ ਮੋਰ ਲਾਈਕ ਵਾਟ ਡਿਡ ਯੂ ਸੇ, ਉਹਦਾ ਵਰਡ ਸੀ ਤੁਹਾਡਾ, ਮੈਨੂੰ ਤਾਂ ਹਿਊਮਿਲੇਸ਼ਨ ਵਾਲਾ ਜ਼ਿਆਦਾ ਲੱਗ ਰਿਹਾ ਹੈ ਨਾ ਕਿ ਉਹਨਾਂ ਨੂੰ ਡੱਕ ਕੇ ਕੀਤਾ ਗਿਆ, ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ। ਡਿਫਰੈਂਟ ਨਹੀਂ ਕਰ ਸਕਦਾ, ਇਹ ਗੱਲ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ ਕਿ ਇਹ ਪ੍ਰਭਾਵ ਬਿਲਕੁਲ ਇਦਾਂ ਹੀ ਗਿਆ ਹੈ ਔਰ ਨਹੀਂ ਜਾਣਾ ਚਾਹੀਦਾ ਸੀ। ਰੋਂਗ ਆਪਟਿਕਸ, ਦੈਟਸ ਵਾਈ ਮੈਂ ਸ਼ੁਰੂ 'ਚ ਵੀ ਗੱਲ ਕਹੀ ਸੀ ਵੀ ਦੇਰ ਵਰ ਬੈਟਰ ਵੇਜ਼ ਆਫ ਡੂਇੰਗ ਇਟ। ਤੋ ਉਹ ਇਹ ਪ੍ਰਭਾਵ ਹਮੇਸ਼ਾ ਰਹੇਗਾ ਕਿ ਇਹਨੂੰ ਕਰਨ ਦੇ ਹੋਰ ਤਰੀਕੇ ਵੀ ਜਿਹੜੇ ਸੀ ਉਹ ਸੋਚੇ ਜਾਣੇ ਚਾਹੀਦੇ ਸੀ ਜਿਹਦੇ ਨਾਲ ਕਿ ਇਹ ਪ੍ਰਭਾਵ ਇਸ ਤਰ੍ਹਾਂ ਦਾ ਨਾ ਜਾਂਦਾ। ਸੋ ਟੂ ਦੈਟ ਐਕਸਟੈਂਟ ਉਹਨੂੰ ਆਪਾਂ ਸਾਈਡ ਤੇ ਕਰ ਦਈਏ। ਜਿਹੜਾ ਦੂਸਰਾ ਜਿਹੜਾ ਇਹ ਸਵਾਲ ਮੈਨੂੰ ਇੱਕ ਵਾਰੀ ਨਹੀਂ, ਮੈਨੂੰ ਮੇਰਾ ਖਿਆਲ 100ਵੀਂ ਵਾਰੀ ਪੁੱਛਿਆ ਜਾ ਰਿਹਾ ਜਦੋਂ ਦਾ ਇਸ਼ੂ ਚੱਲਿਆ ਜਾ ਰਿਹਾ। ਟਰਸਟ ਵੀ ਬਹੁਤ ਵਾਰੀ ਪੁੱਛਿਆ ਜਾਏਗਾ, ਹੋਰ 100 ਵਾਰੀ ਹੋਰ ਪੁੱਛਿਆ ਜਾਏਗਾ। ਜੀ ਉਹ ਇਹ ਹੈ ਕਿ ਦੇਖੋ ਸਾਡਾ ਵਿਊ ਇਹ ਹੈ ਕਿ ਜਿਹੜਾ ਅਸੀਂ ਡਿਮਾਂਡ ਕਰਦੇ ਹਾਂ ਮੋਰ ਪਾਵਰਸ ਟੂ ਦ ਸਟੇਟਸ, ਜੀ, ਉਹ ਇਜ਼ ਨਾਟ ਐਨ ਇਸ਼ੂ ਲਿੰਕਡ ਵਿਦ 370। ਜੀ, 370 ਇੱਕ ਸਪੈਸੀਫਿਕ ਹਿਸਟੋਰੀਕਲ ਨੈਸੈਸਿਟੀ ਚੋਂ ਨਿਕਲਿਆ ਹੋਇਆ ਇੱਕ ਕਲੌਜ਼ ਹੈ ਜਿਹਦੇ ਤੇ ਬਹਿਸ ਠੀਕ ਹੈ ਗਲਤ ਹੈ, ਕਰਨਾ ਸੀ ਨਹੀਂ ਕਰਨਾ ਚਾਹੀਦਾ, ਇਜ਼ ਅ ਸੈਪਰੇਟ ਡਿਬੇਟ।
ਜਿਹੜੀ ਸਾਡੀ ਡਿਮਾਂਡ ਹੈ ਫੈਡਰਲਿਜ਼ਮ ਵਾਸਤੇ, ਉਹ ਵਿਚ ਵਿਲ ਅਪਲਾਈ ਟੂ ਦੀ ਪ੍ਰੈਜ਼ੈਂਟ ਸਟੇਟ ਆਲਸੋ, ਜਿਹੜੀ ਤੁਸੀਂ ਹੁਣ ਕ੍ਰੀਏਟ ਕੀਤੀ ਹੈ, ਜਿਹੜਾ ਜੋ ਕੁਛ ਵੀ 3 ਸਟੇਟਸ ਕ੍ਰੀਏਟ ਕੀਤੀਆਂ ਨੇ, 2 ਸਟੇਟਸ ਕ੍ਰੀਏਟ ਕੀਤੀਆਂ ਨੇ, ਦੋਨਾਂ ਉਹਨਾਂ ਤੇ ਵੀ ਲਾਗੂ ਹੋਏਗੀ। ਮੈਂ ਸਮਝਦਾ ਕਿ ਜਿਹੜੀ ਫੈਡਰਲਿਜ਼ਮ ਦੀ ਡਿਮਾਂਡ ਹੈ, ਜਿਹੜੀ ਅਸੀਂ ਕਹਿ ਰਹੇ ਕਿ ਮਹਿਕਮੇ, ਦੇਖੋ ਕੁਛ ਗੱਲਾਂ ਤਾਂ ਸਮੇਂ ਦੇ ਨਾਲ ਹੋ ਸਕਦਾ ਸਾਨੂੰ ਵੱਧ ਡਿਮਾਂਡ ਕੁਛ ਵਧਾਉਣੀ ਪਵੇ, ਘਟਾਉਣੀ ਪਵੇ, ਉਹ ਇੱਕ ਅਲੱਗ ਗੱਲ, ਲੇਕਿਨ ਯੈਸ ਇਨ ਪ੍ਰਿੰਸੀਪਲ more powers to the states is definitely on the table ਸਾਡੇ ਜਿਹੜਾ ਏਜੰਡਾ ਉਹਦੇ ਵਿੱਚ। ਔਰ ਉਹਦੇ ਵਿੱਚ ਜਿਹੜੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਕਰੀ, ਰੈਜ਼ੋਲੂਸ਼ਨਸ ਤੋਂ तमाम ਤੁਹਾਡੀਆਂ ਹੀ ਲਿਖਤਾਂ ਤੋਂ ਪੜ੍ਹ ਸਕਦਾ। ਮੈਂ ਲਾਰਜਲੀ ਇਹ ਕਹਿ ਰਿਹਾ ਕਿ 370 ਦਾ ਜ਼ਿਆਦਾ ਸੰਬੰਧ ਜਿਹੜਾ ਦੇਖਿਆ ਜਾਂਦਾ ਹੈ ਉਹਨਾਂ ਦੀ ਕਲਚਰਲ ਆਇਡੈਂਟੀਟੀ ਦੇ ਨਾਲ, ਉਹਨਾਂ ਦੀ ਰਿਲੀਜੀਅਸ ਆਇਡੈਂਟੀਟੀ ਦੇ ਨਾਲ, ਇਸ ਗੱਲ ਦੇ ਨਾਲ ਕਿ ਇੱਕ ਮੁਸਲਿਮ ਮੈਜੋਰਿਟੀ ਸਟੇਟ ਸੀ ਹਿੰਦੁਸਤਾਨ ਦੇ ਵਿੱਚ ਤੇ ਹੁਣ ਕੋਈ ਮੁਸਲਿਮ ਮੈਜੋਰਿਟੀ ਸਟੇਟ ਨਹੀਂ ਹੈ ਸਾਡੇ ਨਾਲ। I strongly contest that. ਅੱਛਾ, please do 370 ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਓਕੇ, 370 ਦਾ ਸੰਬੰਧ ਇਸ ਗੱਲ ਨਾਲ ਸੀਗਾ ਕਿ ਜਿਹੜਾ ਕਿਉਂਕਿ ਕਲਚਰਲ ਆਇਡੈਂਟੀਟੀ ਤਾਂ ਸਾਰੇ ਜੇ ਆਪਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਇੱਕ ਨੈਸ਼ਨਲ ਪਰਪਸ 370 ਸਰਵ ਕਰ ਰਹੀ ਸੀ ਨਾ। ਮੈਂ ਦੱਸ ਰਿਹਾ ਨਾ, ਪਲੀਜ਼ ਮੈਨੂੰ ਗੱਲ ਕਰ ਲੈਣ ਦਿਓ, ਗੱਲ ਕਰ ਲਾਂਗਾ। 370 ਦਾ ਜਿਹੜਾ ਸੀ ਰੈਸ਼ਨਲ ਬਿਹਾਈਂਡ 370 ਵਾਸ ਨਾਟ ਕਿ ਕਸ਼ਮੀਰ ਦਾ ਇੱਕ ਮੁਸਲਿਮ ਸਟੇਟ ਹੈ ਤੇ ਇੱਕ ਰਿਲੀਜੀਅਸ ਆਇਡੈਂਟੀਟੀ ਬਾਕੀ ਕੰਟਰੀ ਨਾਲ, ਬਾਕੀ ਸਟੇਟ ਹਿੰਦੂ ਸਟੇਟ ਆ, ਜਿੱਦਾਂ ਇੰਪਲਾਈ ਕਰੀਏ ਆਪਾਂ, ਤਾਂ ਇਸ ਤਰ੍ਹਾਂ ਦਾ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਕਰ ਵੀ ਨਹੀਂ ਸਕਦਾ। ਲੇਕਿਨ ਉਹ ਸਿਚੁਏਸ਼ਨ ਇੱਕ ਡਿਫਰੈਂਟ ਸੀ ਕਿ ਕਸ਼ਮੀਰ ਉਸ ਵੇਲੇ ਤੱਕ ਆਪਣੇ ਨਾਲ ਐਕਸੀਡ ਨਹੀਂ ਸੀ, ਉਹਨੂੰ ਐਕਸੀਡ ਕਰਨ ਦੇ ਲਈ ਉੱਥੋਂ ਦੇ ਮਹਾਰਾਜਾ ਦੀ ਚਾਹੀਦੀ ਸੀ ਕਿ ਉਹਨਾਂ ਦੀ ਐਕਸੈਸ਼ਨ ਜਿਹੜੇ ਵਾਸਤੇ ਉਸ ਵੇਲੇ ਮਹਾਰਾਜਾ ਦੀ ਜਿਹੜੀ ਚਾਹੀਦੀ ਸੀ ਕਨਸੈਂਟ, ਫॉर दैट ਦੇ ਹੈਡ ਟੂ ਕ੍ਰੀਏਟ ਦਿਸ ਉਹ ਲੋਕਾਂ ਨੂੰ ਪਤਾ ਹੈ। ਹੁਣ ਤੱਕ ਅਸੀਂ ਰੀਜਨਲ ਪਾਰਟੀਆਂ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸੁਣਦੇ ਆ ਰਹੇ ਹਾਂ, ਲਗਾਤਾਰ ਸੁਣਦੇ ਆ ਰਹੇ ਹਾਂ, ਐਸੀ ਕੋਈ ਗੱਲ ਨਹੀਂ। ਇਸ ਦੇਸ਼ ਦੇ ਵਿੱਚ ਕੁਝ ਹੀ ਸਟੇਟਾਂ ਸੀ ਜਿੱਥੇ ਘੱਟ ਗਿਣਤੀਆਂ ਬਹੁ ਗਿਣਤੀ ਦੇ ਵਿੱਚ ਸੀ ਜੀ। ਔਰ 35 ਦਾ ਸਵਾਲ ਸਿੱਧਾ ਕਿ ਡੈਮੋਗ੍ਰਾਫੀ ਪੰਜਾਬੀ ਸੂਬੇ ਦੀ ਡਿਮਾਂਡ ਵੀ ਉਸ ਐਂਗਲ ਚੋਂ ਆਈ ਸੀ ਕਿ ਜਿੱਥੇ ਸਿੱਖ ਮੈਜੋਰਿਟੀ ਸਟੇਟ ਬਣੀ ਜਾ ਸਕੇ। 7 ਜੁਲਾਈ 1946 ਤਾਂ ਮੇਰੇ ਦਿਮਾਗ ਚੋਂ ਜਾਂਦਾ ਹੀ ਨਹੀਂ, ਛੋਟੇ ਹੁੰਦੇ ਜਦੋਂ ਵੱਡੇ ਸਪੀਚਾਂ ਸੁਣਦੇ ਰਹੇ ਨਾ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸਿੱਖਾਂ ਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਐਸਾ ਖਿੱਤਾ ਦਿੱਤਾ ਜਾਏਗਾ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਨਹੀਂ ਬੈਂਸ ਸਾਹਿਬ ਨੇ ਗਲੋ ਆਫ ਫਰੀडम ਵਾਲਾ ਫਰੇਜ਼ ਬੜੀ ਵਾਰੀ ਯੂਜ਼ ਕੀਤਾ ਆਪਣੇ ਆਰਟੀਕਲਸ 'ਚ, ਅਸੀਂ ਪੜ੍ਹਦੇ ਆਏ ਹਾਂ, ਕਰਦੇ ਰਹੇ। ਔਰ ਉਹਦੇ 'ਚ ਇਹ ਸੀ ਕਿ 3 ਲੀਡਰ ਤੁਸੀਂ ਦੇਖੋ 3 ਸਟੇਟਾਂ ਦੇ ਜੇ ਆਜ਼ਾਦੀ ਤੋਂ ਬਾਅਦ ਵੈਸੇ ਤਾਂ ਜਿਹੜੀ ਸੰਵਿਧਾਨ ਘੜਨ ਦੀ ਸਭਾ ਦੇ ਵਿੱਚ ਘੱਟ ਗਿਣਤੀਆਂ ਦੀ ਕਮੇਟੀ ਬਣੀ, ਦੋਨੋਂ ਸਿੱਖ ਨੁਮਾਇੰਦਿਆਂ ਨੇ ਉੱਤੇ ਦਸਖਤ ਨਹੀਂ ਕੀਤੇ ਕਿਉਂਕਿ ਸੰਵਿਧਾਨ 'ਚ ਉਹ ਕੰਸੀਡਰ ਨਹੀਂ। ਇਸ ਗੱਲ ਨੂੰ ਤਾਂ ਅਕਾਲੀ ਦਲ ਬਾਰ-ਬਾਰ ਰੇਖਾਂਕਿਤ ਕਰਦਾ ਰਿਹਾ। ਉਹ ਐਸੀ ਸੀ ਕਿ ਸਾਨੂੰ ਉਹ ਰਾਈਟ ਨਹੀਂ ਦਿੱਤੇ ਗਏ ਤੇ ਸਾਡੀ ਗੱਲ ਨਹੀਂ ਮੰਨੀ ਗਈ। ਔਰ ਇਦੋਂ ਬਾਅਦ 3 ਸਟੇਟਾਂ, ਇੱਕ ਮਿਜ਼ੋਰਮ, ਇੱਕ ਪੰਜਾਬ, ਇੱਕ ਜੰਮੂ ਕਸ਼ਮੀਰ, ਜਿਹਦੇ ਲੀਡਰ ਆਜ਼ਾਦ ਭਾਰਤ ਸਭ ਤੋਂ ਪਹਿਲਾਂ ਜੇਲ੍ਹ 'ਚ ਫੜੇ ਰਹੇ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲੇ, ਲਾਲਡਿੰਗ ਤੇ ਸ਼ੇਖ ਅਬਦੁੱਲਾ ਲੰਮੇ ਸਮੇਂ ਤੱਕ, ਕਿਉਂਕਿ ਉਹ ਇਹ ਡਿਮਾਂਡ ਕਰਦੇ ਸੀ ਕਿ ਸਾਨੂੰ ਇਹ ਮਿਲਣਾ ਚਾਹੀਦਾ। ਔਰ ਅਕਾਲੀ ਦਲ ਦੇ ਆਨੰਦਪੁਰ ਦੇ ਮੱਤੇ 'ਚ 4 ਸੀ, ਧਾਰਾ 370 ਥਾ, ਉਹ ਤਾਂ ਇੰਸਟਰੂਮੈਂਟ ਆਫ ਐਕਸੈਸ਼ਨ ਦੇ ਵਿੱਚ 3 ਡਿਪਾਰਟਮੈਂਟ ਸੀ ਕਿ ਗਵਰਨਮੈਂਟ ਆਫ ਇੰਡੀਆ ਕੋਲ ਰਹਿਣਗੇ ਔਰ ਡਾਇਰੈਕਟਲੀ ਪਾਰਲੀਮੈਂਟ ਦੇ ਫੈਸਲੇ ਲਾਗੂ ਨਹੀਂ ਹੋਣਗੇ ਉਹ ਸਾਰੇ ਮਾਮਲੇ ਦੇ ਵਿੱਚ। ਅਸਲ ਦੇ ਵਿੱਚ ਇਹ 2 ਧਾਰਾਵਾਂ 'ਚ ਲੜਾਈ ਸੀ ਕਿ ਮਜ਼ਬੂਤ ਸੈਂਟਰ ਹੋਣਾ ਚਾਹੀਦਾ ਜਾਂ ਫੈਡਰਲ ਇੰਡੀਆ, ਤੇ ਘੱਟ ਗਿਣਤੀਆਂ ਨੂੰ ਕਿਸ ਪੱਧਰ ਦੇ ਉੱਤੇ ਕਨਵਿੰਸ ਕਰਾ ਕੇ ਨਾਲ ਰੱਖਿਆ ਜਾਏ। ਈਵਨ ਕੈਬਨਿਟ ਮਿਸ਼ਨ ਯੋਜਨਾ ਦੀ ਪ੍ਰਪੋਜ਼ਲ ਵੀ ਇਹ ਸੀ ਕਿ ਜੇ ਤੁਸੀਂ ਮੈਜੋਰਟੀ ਤੁਹਾਨੂੰ ਲੱਗਦਾ ਹੈ ਕਿ 370 ਇੱਕ ਮੇਜਰ ਨੋਸ਼ਨਲ ਕੰਸਟਰਕਟ ਸੀ ਜਿਹੜਾ ਇਹ ਸਿਗਨਲ ਭੇਜਦਾ ਸੀ ਕਿ ਇੱਥੇ ਇਸ ਖਿੱਤੇ ਦੇ ਵਿੱਚ ਇਹਨਾਂ ਲੋਕਾਂ ਨੂੰ ਆਪਣੀ ਅਲੱਗ ਤੇ ਯੂਨੀਕ ਜਿਹੜੀ ਕਲਚਰਲ ਰਿਲੀਜੀਅਸ ਆਇਡੈਂਟੀਟੀ ਹੈ, ਉਹਦੇ 'ਚ ਡਰ ਨਹੀਂ ਰਹੇਗਾ। ਡੈਮੋਗ੍ਰਾਫੀ ਚੇਂਜ, ਹਿਮਾਚਲ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਤੁਸੀਂ ਨਾਗਾਲੈਂਡ 'ਚ ਜਾਂ ਬਾਕੀ ਜਿਹੜੇ ਬਾਅਦ ਦੇ ਸਮਝੌਤੇ ਕੀਤੇ ਉਹਨਾਂ 'ਚ 371 ਕਿਸੇ 'ਚ A ਕਿਸੇ 'ਚ B ਕਿਸੇ 'ਚ ਕਿਉਂ ਲਿਆਂਦੀ, ਕਿਉਂਕਿ ਉਹ ਇਹ ਕਹਿ ਰਹੇ ਸੀ ਕਿ ਬਾਹਰੋਂ ਸਾਡੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ, ਅਸੀਂ ਇੱਥੇ ਵੀ ਘੱਟ ਗਿਣਤੀ ਧਾਰਾਵਾਂ 'ਚ ਪੈਣਾ ਨਹੀਂ ਚਾਹੁੰਦਾ। ਸਾਡਾ ਰੂਲ ਨਹੀਂ ਰਹੇਗਾ। ਮੇਰੇ ਕੋਲ ਵੀ ਕੁਝ ਜ਼ਿਆਦਾ ਪਿਆ, ਮੈਨੂੰ ਅਰਜੁਨ ਜੀ ਦੇ ਕੋਲ ਪਏ ਨੋਟਸ ਤੇ ਉਹਨਾਂ ਦੇ ਸੰਵਿਧਾਨ ਦੀਆਂ ਕਾਪੀਆਂ ਤੇ ਵੱਖ-ਵੱਖ ਕਾਨੂੰਨਾਂ ਤੋਂ ਵੀ ਡਰ ਲੱਗ ਰਿਹਾ ਵੀ ਮੈਂ ਕਲੌਜ਼ਿਸ ਸਬ ਕਲੌਜ਼ਿਸ ਨਹੀਂ ਪੈਣਾ ਚਾਹੁੰਦਾ। ਮੈਨੂੰ ਇਹ ਦੱਸੋ ਵੀ ਕਸ਼ਮੀਰ ਇਹਦੇ ਨਾਲ ਹੁਣ ਜ਼ਿਆਦਾ ਇੰਡੀਅਨਾਈਜ਼ ਹੋ ਜਾਏਗਾ ਕਿ ਇੰਡੀਆ ਜ਼ਿਆਦਾ ਕਸ਼ਮੀਰਾਈਜ਼ ਹੋ ਜਾਏਗਾ? ਦੇਖੋ 2 ਚੀਜ਼ਾਂ, ਕਸ਼ਮੀਰਾਈਜੇਸ਼ਨ ਆਫ ਇੰਡੀਆ ਹੋ ਰਹੀ ਹੋਏਗੀ ਇਹਦੇ ਨਾਲ ਕਿ ਜਿਹੜੀ ਬੈਂਸ ਸਾਹਿਬ ਨਾਲ ਤੁਹਾਡੀ ਉਹਦੇ 'ਚ ਮੇਰਾ ਇੱਕ ਛੋਟਾ ਜਿਹਾ ਰਿਐਕਸ਼ਨ ਹੈਗਾ ਜੀ, ਵੱਡਾ ਦਿਓ ਸਰ। ਮੈਨੂੰ ਇਹ ਫੀਲ ਹੁੰਦਾ ਹੈ ਕਿ ਅਕਾਲੀ ਦਲ ਇੱਕ ਰੀਜਨਲ ਪੋਲੀਟੀਕਲ ਪਾਰਟੀ ਹੋਣ ਦੇ ਨਾਤੇ ਔਰ ਜਿਸ ਤਰੀਕੇ ਦੇ ਨਾਲ ਇਹਦਾ ਇਤਿਹਾਸ ਰਿਹਾ ਹੈ ਉਹਦੇ ਵਿੱਚ ਇਸ ਇਸ਼ੂ ਦੇ ਉੱਪਰ ਆਪਣੀ ਉਹ ਰਿਸਪੌਂਸਿਬਿਲਿਟੀ ਐਬਡੀਕੇਟ ਕਰਦੇ ਨਜ਼ਰ ਆਈ ਹੈ। ਨੰਬਰ 1, ਕੱਲ ਨੂੰ SYL ਜਿਹੜੀ ਹੈਗੀ ਹੈ ਉਹਦੇ ਵਿੱਚ ਅਗਰ ਸੈਂਟਰ ਕਹਿੰਦਾ ਵੀ ਨਹੀਂ ਵੀ ਪਾਣੀ ਤੁਹਾਨੂੰ ਦੇਣਾ ਪੈਣਾ ਔਰ SYL ਦੇ ਆਲੇ ਦੁਆਲੇ ਫੌਜ ਲਾ ਕੇ ਜਾਂ ਉਸ ਤਰ੍ਹਾਂ ਦੀ ਲਾਕਡਾਊਨ ਕਰਕੇ ਉਹ ਬਣਵਾ ਕੇ ਨਹਿਰ ਤੇ ਪਾਣੀ ਦੇ ਦੇਵੇ ਤੇ ਪੰਜਾਬੀ ਕੀ ਕਰੂਗਾ?
मतलब इट्स अ क्वेश्चन, चाहे हाइपोथेटिकल है। हाँ, नहीं लेकिन hypothetical अगर है। बिल बन गया, लोकसभा च पास हो गया, राज्यसभा च ही होना है। हाइपोथेटिकल ਤਾਂ ਰਹਿ ਨਹੀਂ ਗਿਆ ਨਾ ਜੀ, ਬਿੱਲ ਤੇ ਪਾਰਲੀਮੈਂਟ ਦੇ ਸਾਹਮਣੇ ਹੋਇਆ ਪਾਣੀ ਵਾਲੇ। ਮੈਂ ਇਹ ਕਹਿ ਰਿਹਾ ਵੀ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਸਾਰੇ ਸਟੇਟਾਂ ਦੇ ਵਿੱਚ ਹੋਣ ਲੱਗ ਗਈ ਤਾਂ ਫਿਰ ਸਾਡੇ ਫੈਡਰਲ ਸਟਰਕਚਰ ਦਾ ਫਿਊਚਰ ਕੀ ਹੈ? ਬੈਂਸ ਸਾਹਿਬ ਇੱਕ ਲਿਖਤੀ ਸਵਾਲ ਤੁਹਾਡੇ ਲਈ, ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਡਾਕਟਰ ਸਵਰਾਜ ਵੀਰ ਪੁੱਛ ਰਹੇ ਨੇ, ਇਹਨਾਂ ਦਾ ਆਰਟੀਕਲ ਹੈ ਦਿਲ ਫਰਦੇ ਜਮਾ ਉਹ ਖਰਚ ਜ਼ਵਾਹੇ ਲਾਲ ਹੈ। ਉਹ ਕਹਿ ਰਹੇ ਨੇ ਜਿਹੜਾ ਅਸਲੀ ਸਵਾਲ ਅਕਾਲੀ ਦਲ ਤੋਂ ਹਮੇਸ਼ਾ ਪੁੱਛਿਆ ਜਾਵੇਗਾ, ਤੁਸੀਂ ਕਿ ਅੱਗੋਂ ਬੜੀ ਵਾਰੀ ਪੁੱਛਿਆ ਜਾਣਾ ਹੈ, ਉਹ ਇਹ ਹੈ ਕਿ ਜੇ ਕੌਮੀ ਸੁਰੱਖਿਆ ਦੇ ਨਾਂ ਤੇ ਪੰਜਾਬ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਲਿਆ ਜਾਂਦਾ ਤਾਂ ਕੀ ਉਹ ਇਸ ਲਈ ਵੀ ਸਹਿਮਤ ਹੁੰਦੇ? When are we saying ਕਿ J&K should remain UT forever? ਜੇ ਉਹ ਕਹਿ ਰਹੇ ਨੇ ਟੈਂਪਰੇਰੀ, we would like to believe it। ਨਹੀਂ ਹੋਏਗਾ ਤਾਂ ਜੋ ਸਾਡਾ ਸਟੈਂਡ UT ਚੰਡੀਗੜ੍ਹ ਉੱਤੇ ਹੈ ਉਹੀ ਉਹਦੇ ਉੱਤੇ ਵੀ ਹੋਏਗਾ। ਤਾਂ ਕੋਈ ਇਹ ਨਹੀਂ ਲੱਗਦਾ ਕਿ ਜਿਹੜਾ ਮੋਦੀ ਸਾਹਿਬ ਨੇ ਕਿਹਾ ਕਿ ਸਮਾਂ ਆਉਣ ਤੇ ਇਹਨੂੰ ਦੁਬਾਰਾ ਬਣਾ ਦੇਵਾਂਗੇ ਰਾਜ, ਇਹਦੇ ਨਾਲ ਇੱਕ ਹੋਰ ਫਰਦਰ ਸਿਗਨਲ ਜਾਂਦਾ ਕਿ ਤੁਹਾਨੂੰ UT ਬਣਾਉਣਾ ਐਕਚੁਅਲੀ ਡਿਮੋਸ਼ਨ ਹੈ? ਸੌਰੀ, ਜਿਹੜਾ ਇਹ ਮੋਦੀ ਸਾਹਿਬ ਨੇ ਕਿਹਾ ਕਿ ਜਦੋਂ ਹਾਲਾਤ ਠੀਕ ਹੋਣਗੇ ਤਾਂ ਇਹਨੂੰ ਦੁਬਾਰਾ ਫੁੱਲ ਸਟੇਟਹੁੱਡ ਦਿੱਤੀ ਜਾਵੇਗੀ, ਇਹਦਾ ਮਤਲਬ ਹੁੰਦਾ ਹੈ ਕਿ ਇਹ ਡਿਮੋਸ਼ਨ ਹੋਈ ਹੈ? ਨਹੀਂ, ਇਹਨੂੰ ਇਦਾਂ ਲੈਣੇ ਆਪਾਂ, ਨਹੀਂ ਡਿਵੋਸ਼ਨ ਪ੍ਰਮੋਸ਼ਨ ਦੀ ਗੱਲ ਨਹੀਂ ਹੈ ਇਹ। ਉਹ ਇਹ ਹੈ ਕਿ ਲੋਕਾਂ ਦੀ ਇੱਕ ਭਾਵਨਾ ਹੁੰਦੀ ਹੈ ਕਿ ਇਲੈਕਟਿਡ ਫੁੱਲ ਸਟੇਟਹੁੱਡ ਦਾ ਸਟੇਟਸ ਚਾਹੀਦਾ ਹੁੰਦਾ ਸਟੇਟ ਦੇ ਕੋਲ। ਤਾਂ ਉਹ ਆਈ ਥਿੰਕ ਉਸ ਕੰਟੈਕਸਟ ਜੋ ਗੱਲ ਕਹਿ ਰਹੇ ਨੇ ਕਿ ਫੀਲਿੰਗ ਇਹ ਹੋਏਗੀ ਕਿ UT ਠੀਕ ਨਹੀਂ ਹੈ, ਤਾਂ ਜਦੋਂ ਬਾਕੀ ਸਟੇਟਸ ਨੇ ਫੁੱਲ ਫਲੈਸ਼ਡ, ਉੱਦਾਂ ਹੀ J&K ਵੀ ਹੋਣੀ ਚਾਹੀਦੀ ਹੈ, ਫੁੱਲ ਫਲੈਸ਼ ਸਟੇਟ ਹੈ, ਰਹੀ ਹੈ ਇੰਨਾ ਚਿਰ, ਹੁਣ ਵੀ ਰਹਿਣੀ ਚਾਹੀਦੀ ਹੈ। ਤਾਂ ਉਹ ਉਸ ਕੰਟੈਕਸਟ ਕਹਿ ਰਹੇ ਨੇ ਵੀ ਅਸੀਂ ਬਣਾ ਦਾਂਗੇ, ਤਾਂ ਬਾਈ ਵਿਚ ਹੀ ਮੀਨਸ ਕਿ ਇਟਸ ਐਨ ਐਕਸਟ੍ਰੀਮਲੀ ਟੈਂਪਰੇਰੀ ਮੈਜਰ। ਇਹ ਉਹਨਾਂ ਦੀ ਗੱਲ ਦੱਸ ਰਿਹਾ ਮੈਂ, ਆਪਣੀ ਨਹੀਂ, ਕਿ ਉਹਨ ਟੈਂਪਰੇਰੀ ਮੈਜਰ ਡਰਿਵਨ ਬਾਈ the local the topical circumstances, ਇਹ ਉਹਨਾਂ ਦਾ ਮਤਲਬ ਹੈ ਜਿਹੜਾ ਮੈਂ ਸਮਝਦਾ। ਤੋ ਲੇਕਿਨ ਮੈਂ ਸਮਝਦਾ ਅਖੀਰ ਦੇ ਵਿੱਚ ਤਾਂ ਜਿਹੜੀ ਗੱਲ ਹੈ ਉਹ ਤਾਂ ਓਬਵੀਅਸਲੀ ਜੋ ਫੈਡਰਲ ਸਟਰਕਚਰ ਹੈ ਉਹਦੇ ਅੰਦਰ ਹੀ ਹੋਣੀ ਚਾਹੀਦੀ ਹੈ ਔਰ ਉਹਦੇ ਅੰਦਰ ਹੀ ਹੋਏਗੀ। ਔਰ ਜੇ ਆਪਾਂ ਗੱਲ ਕਰੀਏ ਕਿ ਇਸ ਤਰ੍ਹਾਂ ਦੇ ਮੈਜਰਸ ਜਿਹੜੇ ਨੇ ਉਹ ਪੰਜਾਬ 'ਚ ਹੀ ਹੋ ਜਾਣਗੇ, ਪੰਜਾਬ 'ਚ ਛੋੜਨਗੇ, ਜੋ ਪਹਿਲਾਂ ਅਸੀਂ ਅਪੋਜ਼ ਕਰਦੇ ਰਹੇ ਹੁਣ ਵੀ ਕਰਾਂਗੇ। ਸੋ ਤੁਸੀਂ ਇਹ ਸੋਚਦੇ ਕਿ ਜਿਹੜਾ 370 ਦੇ ਉੱਤੇ ਜਿਸ ਕਿਸਮ ਦੇ ਨਾਲ ਇਹ ਘਟਨਾਕ੍ਰਮ ਸਾਰਾ ਹੋਇਆ ਜੋ ਕੇਂਦਰ ਨੇ ਕੀਤਾ ਤੇ ਜੋ ਅਕਾਲੀ ਦਲ ਤੇ ਬਹੁਤ ਸਾਰੀਆਂ ਹੋਰ ਖੇਤਰੀ ਪਾਰਟੀਆਂ ਜਿਨ੍ਹਾਂ ਦਾ ਪਹਿਲਾਂ ਸਟੈਂਡ ਸੇ ਤੇ ਡਿਫਰੈਂਟ ਰਿਹਾ, ਉਹਨਾਂ ਨੇ ਅਕਾਲੀ ਸਾਥ ਕੇਜਰੀਵਾਲ ਦੇਖੋ ਦਿੱਲੀ 'ਚ ਮੰਗ ਰਿਹਾ ਹੈ। ਆਲ ਆਈ ਐਮ ਸੇਇੰਗ ਇਸ ਕਿ ਪਾਰਟੀ ਪੰਜਾਬ ਨੇ ਦੇਖੋ ਅਰਜੁਨ ਜੀ ਵਾਟ ਆਈ ਐਮ ਸੇਇੰਗ ਇਸ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਜੇ ਉਹ ਕਿਸੇ ਇੱਕ ਇਹੋ ਜਿਹੇ ਮੁੱਦੇ ਦੇ ਉੱਤੇ ਸਰਕਾਰ ਦੇ ਹੱਕ ਵਿੱਚ ਭੁਗਤਦੀਆਂ ਨੇ ਤਾਂ ਇਹਦੇ ਤੋਂ ਇਹ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਕਿ ਹੁਣ ਉਹਨਾਂ ਦਾ ਫੈਡਰਲਿਜ਼ਮ ਬਾਰੇ ਸਟੈਂਡ ਡਿਲੂਟ ਹੋ ਗਿਆ, ਕਿਉਂਕਿ ਉਸੇ ਸਟੈਂਡ ਦੇ ਕਾਰਨ ਹੀ ਤਾਂ ਉਹਨਾਂ ਦੀ ਐਗਜ਼ਿਸਟੈਂਸ ਹੈ, ਉਹ ਤਾਂ ਰਹਿਣਗੇ ਹੀ ਨਹੀਂ ਜੇ ਉਹ ਫੈਡਰਲਿਜ਼ਮ ਦਾ ਸਟੈਂਡ ਡਿਲੂਟ ਹੋਵੇਗਾ। ਮੁਝੇ ਲੱਗਦਾ ਹੈ ਸੋ ਤਾਂ ਲੱਗਦਾ ਪ੍ਰੈਗਮੈਟਿਕ ਪੋਲਿਟਿਕਸ ਦੇ ਵਿੱਚੋਂ ਕੁਝ ਫੈਸਲੇ ਲਏ ਜਾਂਦੇ ਨੇ ਤੇ ਆਊਟ ਆਫ ਕਨਵਿਕਸ਼ਨ ਜਿਹੜੇ ਪੋਲਿਟਿਕਸ ਉਹ ਡਿਫਰੈਂਟ ਹੈ। बहुत ही रिस्पेक्टेबल शब्द यूज कर रहे हैं, प्रैग्मेटिक पॉलिटिक्स। मैं इसको रैंक अपॉर्चुनिज्म बोलूंगा, मौका प्रस्ती बोलूंगा। मतलब फिर भी वही निकला सर। और जो पार्टियों ने मौका प्रस्ती इस किस्म से इस देश के संविधान के चिथड़े किए हैं, आप देखिए कि ये जो आज हुआ है किस स्टेट के साथ, जो पंजाब के साथ भी हो सकता है, गुजरात के कांग्रेस साथ ने ਜਿਹੜੇ ਵੱਡੇ ਸਾਰੇ ਲੀਡਰ ਨੇ ਜਿਨ੍ਹਾਂ ਚੋਂ ਕਈਆਂ ਦਾ ਨਾਮ ਆ ਰਿਹਾ ਵੀ ਇਹਨੂੰ ਕਾਂਗਰਸ ਦਾ ਪ੍ਰਧਾਨ ਬਣਾਤਾ ਜਾਏਗਾ, ਤੁਹਾਨੂੰ ਲੱਗਦਾ ਉਹ ਮੌਕਾ ਪ੍ਰਸਤ ਹੋ ਕੇ ਬੀਜੇਪੀ ਦੇ ਨਾਲ ਹੋ ਕੇ ਕਾਂਗਰਸ ਦਾ ਪ੍ਰਧਾਨ लगना चाह रहे हैं? इट डजंट मेक सेंस टू मी। किसी इंडिविजुअल पे ऐसी स्टैंप नहीं होती कि वो कॉन्स्टिट्यूशन के मूल्यों को समझेगा। मेजॉरिटेरियन ट्रेंड हर इंसान में होते हैं, और जब आपको मौका मिल रहा हो कि जो एक मेजॉरिटी है 30, 40, 50% लोग आपको वोट कर देंगे या आगे के इलेक्शनों को आप सिर्फ देख रहे हैं, वो प्रैग्मेटिक बोल रहे हैं, रैंक अपॉर्चुनिज्म बोल रहे हैं, ये जो भी है हमारे संवैधानिक मूल्यों के खिलाफ है। हमारे जो कॉन्स्टिट्यूशनल प्रोमिसेस थे, कॉन्स्टिट्यूएंट असेंबली के प्रोमिसेस थे, उन सब की निगेशन है। ये कंप्लीट इजराइलाइजेशन हो रही है, पैलेस्टीन बनाने की पूरी कोशिश कि एक बार 35A गया, 370 गया, रीऑर्गेनाइजेशन एक्ट आया, बाहर के लोग वहां पे जमीन खरीद सकते हैं, वहां पे कब्जा कर सकते हैं, और आपकी कश्मीर की हाइपरबोलिक लैंग्वेज है ना कि हुन कश्मीर गाजा पट्टी हो गया, हुन तो लोग बाहर नहीं निकल सकते। मैं एक गल बाहर निकल नहीं सकते और बाहर के लोग आ सकते हैं, रह सकते हैं, बिजनेस खोल सकते हैं, जमीन खरीद सकते हैं। You are saying that मैंने ब्रेक मैं बिल्कुल कह रहा हूं। As I go into the next segment मैं ये इजराइल से सीखा ही फार्मूला है, और कहीं से नहीं। सर पीपल हैव हर्ड यू। मैं ये कह रहा ਅਸੀਂ ਜਦੋਂ ਅਗਲੇ ਸੈਗਮੈਂਟ ਚੱਲਦੇ ਹਾਂ, ਮੈਂ ਸਿਰਫ ਇਹ ਪੁੱਛਣਾ ਚਾਹ ਰਿਹਾ ਕਿ ਹੁਣ ਜਦੋਂ ਇਹ ਹੋ ਚੁੱਕਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਟਫ ਟਾਸਕ ਹੁੰਦਾ ਹੈ ਪੋਲਿਟਿਕਸ ਦਾ, ਸਟੇਟ ਕਰਾਫਟ ਦਾ, ਪੋਲਿਟੀ ਦਾ, ਕਿ ਉਹਨੇ ਕਿਵੇਂ ਅੱਗੇ ਲੈ ਕੇ ਜਾਣਾ ਹੈ ਇੱਥੋਂ ਨੈਰੇਟਿਵ ਨੂੰ ਕਿ ਅਸੀਂ ਕਿਸੇ ਇਹੋ ਜਿਹੇ ਪਾਸੇ ਚੱਲ ਸਕੀਏ ਜਿਹਦੇ 'ਚ ਇਹ ਜਿਹੜੀ ਗਾਜ਼ਾ ਵਾਲੀ ਲੈਂਗੁਏਜ ਹੈ, ਪੈਲਸਤੀਨ ਵਾਲੀ ਲੈਂਗੁਏਜ ਹੈ, ਇਸਰਾਈਲਾਈਜੇਸ਼ਨ ਹੋ ਰਹੀ ਹੈ, ਇਹ ਜਿਹੜੀ ਭਾਸ਼ਾ ਹੈ ਇਹਦੀ ਜਗ੍ਹਾ ਦੇ ਉੱਤੇ
ਜਿਹੜੇ ਉਹਨਾਂ ਦੇ ਕੰਸਰਨਸ ਨੇ ਹੁਣ ਕਿਵੇਂ ਮੀਟ ਕੀਤੇ ਜਾ ਸਕਦੇ ਨੇ, ਕਿਵੇਂ ਮਿਡਲ ਗਰਾਊਂਡ ਲੱਭੀਆਂ ਜਾ ਸਕਦੀਆਂ ਨੇ। कंसिलिएटरी अप्रोच का कोई बात ही नहीं है। ये जो उन्होंने किया इसकी रैंक ऑपोजिशन होगी, कश्मीर में होगी, उसके बाहर होगी और हम करेंगे। देयर इज नो कॉम्प्रोमाइज ऑन दिस। ਤੁਸੀਂ ਸਰ ਅਗਲੀ ਵਾਰੀ ਅਗਲੇ ਸੈਗਮੈਂਟ ਦੇ ਵਿੱਚ ਫਿਰ ਇਹੀ ਗੱਲ ਕਹਿ ਦੇਣਾ, ਪਰ ਮੈਂ ਤੇ ਸਵਾਲ ਲੈ ਕੇ ਆਵਾਂਗਾ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਸ਼ਮੀਰ ਦੇ ਵਿੱਚ, ਜਿੱਥੇ ਇਨਸਾਨੀਅਤ, ਜਮਹੂਰੀਅਤ ਤੇ ਕਸ਼ਮੀਰੀਅਤ ਦੀ ਕਿਸੇ ਨਾ ਕਿਸੇ ਪਰਿਭਾਸ਼ਾ ਦੇ ਫਰੇਮਵਰਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 370 ਨੂੰ ਇਸ ਤਰੀਕੇ ਦੇ ਨਾਲ ਹਟਾਇਆ ਗਿਆ ਤੇ ਹੁਣ ਇੱਕ ਟਫ ਟਾਸਕ ਅੱਗੇ ਸਾਹਮਣੇ ਆ ਸਾਡੇ, ਇੱਕ ਬੜਾ ਬਿਖੜਾ ਪੈਂਡਾ ਅੱਗੇ ਆ ਜਿਹਦੇ ਵਿੱਚ ਕਸ਼ਮੀਰ ਨੇ ਹਿੰਦੁਸਤਾਨ ਦੇ ਨਾਲ ਜੁੜਨਾ ਹੈ ਤੇ ਹਿੰਦੁਸਤਾਨ ਨੇ ਕਸ਼ਮੀਰ ਦੇ ਨਾਲ ਆਪਣਾ ਦਿਲ ਜੋੜਨਾ ਹੈ। ਹਰਚਰਨ ਬੈਂਸ ਜੀ, ਇੱਕ ਤਾਂ ਮੈਂ ਜਾਣਦਾ ਕਿ ਤੁਸੀਂ ਛੇਤੀ ਨਾਲ ਕਿਤੇ ਜਾਣਾ ਵੀ ਹੈ, ਤੁਹਾਡੀ ਆਪਣੀ ਇੱਕ ਇੰਗੇਜਮੈਂਟ ਵੀ ਹੈ। ਮੈਂ ਸਿਰਫ ਇਹ ਪੁੱਛਣਾ ਚਾਹ ਰਿਹਾ ਕਿ ਤੁਹਾਨੂੰ ਲੱਗਦਾ ਹੈ ਇੱਥੋਂ ਅੱਗੇ ਰਾਜਨੀਤੀ ਦਾ ਉਹ ਪੰਧ ਕਿਵੇਂ ਤੈਅ ਕੀਤਾ ਜਾਵੇਗਾ ਜਿਹਦੇ ਵਿੱਚ ਇਹ ਗੈਪਸ ਮਿਟਣ? ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਨੂੰ ਥੋੜਾ ਜਿਹਾ ਪ੍ਰੈਸ਼ਰ ਹੈ ਬਿਕਾਜ਼ ਆਫ ਸਮ ਮੈਡੀਕਲ ਐਮਰਜੈਂਸੀ ਇਨ ਦਾ ਫੈਮਿਲੀ, ਇਸ ਕਰਕੇ ਮੈਂ ਥੋੜਾ ਜਿਹਾ ਕੁਇਕਲੀ ਗੱਲ ਕਰਾਂਗਾ ਕਿ ਮੈਂ ਪਹਿਲਾਂ ਤਾਂ ਰਿਸਪੌਂਡ ਕਰਨਾ ਚਾਹਾਂਗਾ। ਸੀ sloganeering and dialogue are two different things, and discussion, sloganeering are two different things, and rather restrict myself to dialogue and discussion here. ਉਹ ਇਹ ਹੈ ਕਿ ਜਿਹੜੀ pragmatism and opportunism ਦੀ ਗੱਲ ਹੋ ਰਹੀ ਹੈ, I think either you didn't hear me, I mean my friends, or ਜਾਂ ਮੈਂ ਕਹਿ ਨਹੀਂ ਪਾਇਆ ਚੰਗੇ ਤਰੀਕੇ ਨਾਲ ਆਪਣੀ ਗੱਲ, ਸੋ ਮੈਨੂੰ let me reiterate that। ਉਹ ਇਹ ਹੈ ਕਿ ਮੈਂ emphatically ਇਹ ਗੱਲ ਕਹਿ ਰਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਹੈ on federalism, ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਨਾ ਹੋਏਗਾ। ਐਂਡ B 370 ਨੂੰ as we see it had nothing to do ever with the overall federal demand of the country, because मैं कह रहा कि 370 एक specific provision born out of a historical necessity of that time ਸੀ। ਉਹਦੇ ਤੇ ਤੁਸੀਂ ਚੰਗਾ ਕਹਿ ਸਕਦੇ ਹੋ, ਮਾੜਾ ਕਹਿ, ਇਟਸ ਅ ਡਿਫਰੈਂਟ ਥਿੰਗ। ਲੇਕਿਨ ਜਿਹੜਾ ਫੈਡਰਲ ਕੁਐਸਚਨ ਆ, that still remains, that will still apply to the new state created there। ਆਪਣੇ ਉਹ ਲਦਾਖ ਤੇ ਵੀ ਲੱਗੇਗੀ, ਪੁਆਇੰਟ ਆ ਗਿਆ, ਇਹ ਤੁਸੀਂ ਕਿਹਾ ਵੀ ਪਹਿਲਾਂ, ਕਸ਼ਮੀਰ ਤੇ ਵੀ ਲੱਗੇਗੀ। ਕੋਈ ਆਪੋਰਚੁਨਿਜ਼ਮ ਵਾਲੀ ਗੱਲ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਰਹੀ ਗੱਲ ਕਿ ਉਹ ਕਿਸ ਤਰ੍ਹਾਂ ਦਾ ਹੁਣ ਉੱਥੇ ਹਾਲਾਤ ਹੋਣਗੇ ਨਹੀਂ ਹੋਣਗੇ, ਸੀ ਉਹ ਤਾਂ that lies in the womb of future। I mean nobody can really predict। ਮਤਲਬ now the deed is done, ਤੇ ਜਿਹੜਾ ਇੱਕ ਹਾਰਡ ਵਰਕ ਪੋਲਿਟਿਕਸ ਨੇ ਕਰਨਾ ਹੁੰਦਾ, ਤੁਹਾਨੂੰ ਲੱਗਦਾ ਉਹਦੇ ਚ ਪੋਲਿਟਿਕਸ ਸਕਸੀਡ ਕਰੇਗੀ? there is room for that maneuver। ਕਿ ਜਿਹੜੇ ਬਲੰਡਰਸ ਪੰਜਾਬ 'ਚ ਕੀਤੇ ਗਏ ਸੀ ਬਿਫੋਰ, ਡਿਊਰਿੰਗ ਐਂਡ ਆਫਟਰ 1984, ਉੱਥੇ ਜੇ ਨਾ ਕੀਤੇ ਜਾਣ ਔਰ ਡਿਫਰੈਂਟ ਅਪਰੋਚ ਅਪਣਾਈ ਜਾਵੇ, ਔਰ ਜਿਹੜੀ ਲੋਕਾਂ ਨੂੰ ਜਿਹੜੀ ਜੇ ਜਿੰਨੇ ਵੀ ਖਦਸ਼ੇ ਉਹਨਾਂ ਦੇ ਨੇ ਔਰ ਉਹਨਾਂ 'ਚ ਜਿੰਨੇ ਵੀ ਮੁਨਾਸਿਬ ਖਦਸ਼ੇ ਨੇ, ਹੋ ਸਕਦਾ 100% ਹੀ ਮੁਨਾਸਿਬ ਹੋਣ, ਉਹਨਾਂ ਨੂੰ ਐਡਰੈਸ ਕੀਤਾ ਜਾਵੇ ਵਿਦ ਸਮ ਡਿਗਰੀ ਆਫ ਸਿੰਸੀਅਰਿਟੀ, ਠੀਕ ਹੋਏਗਾ। ਨਹੀਂ ਕੀਤਾ ਜਾਏਗਾ ਤਾਂ ਜਿਹੜੀ ਵੀ ਇਨਸਿੰਸੀਅਰ ਅਪਰੋਚ ਦਾ ਡਿਜ਼ਾਸਟਰਸ ਰਿਜ਼ਲਟਸ ਹੁੰਦੇ ਆ ਇੱਥੇ ਵੀ ਹੋਣ। ਤੁਹਾਨੂੰ ਗੋਲਡਨ ਕੀ ਹੈ ਕਿ ਜਿਵੇਂ ਅਸੀਂ ਕਹਿੰਦੇ ਸੀ ਕਿ ਪੰਜਾਬ ਨੂੰ ਨਾਲ ਲੈ ਕੇ ਚੱਲੋ, ਉੱਥੇ ਕਸ਼ਮੀਰ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ। ਕਸ਼ਮੀਰੀਆਂ ਨੂੰ ਤੁਸੀਂ ਜਦ ਤੱਕ ਦੀ ਸਿਰ ਕਲਿਸ਼ ਹੈ, ਲੇਕਿਨ ਜਦ ਤੱਕ ਤੁਸੀਂ ਇਹਨੂੰ ਕਸ਼ਮੀਰ ਪ੍ਰੋਬਲਮ ਦੇਖ ਰਹੇ ਹੋ ਐਂਡ ਨਾਟ ਕਸ਼ਮੀਰੀਜ਼ ਪ੍ਰੋਬਲਮ, ਉਹਨਾਂ ਜਿਹੜੇ ਇਹ ਪੰਗਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ unless you win the hearts and minds of those people। how you do it, ਤੁਹਾਨੂੰ mandate ਦਿੱਤਾ ਗਿਆ ਸਰਕਾਰ ਨੂੰ ਐਡਾ ਵੱਡਾ, it's their job, if they fail they should be accountable for this, simple। right so I will let you go now। ਅਮਿਤ ਜੀ, ਇਹ ਦੱਸੋ, ਕਿਉਂਕਿ ਟੈਰਰਿਜ਼ਮ ਇੱਕ ਬੜੀ ਸਪਸ਼ਟ ਰਿਐਲਿਟੀ ਹੈ ਕਸ਼ਮੀਰ ਦੇ ਸੰਦਰਭ ਦੇ ਵਿੱਚ, ਤੇ ਸਰਕਾਰ ਨੇ ਜਿਹੜਾ ਨੈਰੇਟਿਵ ਵੀ ਬਣਾਇਆ ਉਹਦੇ ਚ ਲਾਰਜਲੀ ਇਹ ਹੈ ਕਿ ਟੈਰਰਿਜ਼ਮ ਦੇ ਨਾਲ ਫਾਈਟ ਕਰਨ ਲਈ ਇਹ ਦਰਅਸਲ ਹਥਿਆਰ ਬਣਾਇਆ ਗਿਆ ਕਿ ਜੇ 370 ਹਟ ਜਾਂਦੀ ਹੈ ਤਾਂ ਡੀਲ ਕਰਨਾ ਆਸਾਨ ਹੋ ਜਾਂਦਾ ਹੈ ਉਸ ਕਿਸਮ ਦੇ ਐਲੀਮੈਂਟ ਦੇ ਨਾਲ, ਜਿਹੜੀਆਂ ਬਾਹਰੋਂ ਸ਼ਕਤੀਆਂ ਨੇ ਉਹਨਾਂ ਦੇ ਨਾਲ। ਤੁਹਾਨੂੰ ਲੱਗਦਾ ਉਹਦੇ ਵਿੱਚ ਤਾਂ ਇਹ ਮਦਦ ਕਰੇਗਾ? ਮੈਨੂੰ ਇਹ ਲੱਗਦਾ ਕਿ ਟੈਰਰਿਜ਼ਮ ਕੀ ਹੈ, ਉਹਦੀ ਡੈਫੀਨੇਸ਼ਨ ਕੀ ਹੈ ਤੇ ਉਹ ਕਿਉਂ ਪੈਦਾ ਹੁੰਦਾ, ਉਹਦੇ ਰੀਜਨ ਕੀ ਨੇ, ਹਜੇ ਤੱਕ ਤਾਂ ਦੁਨੀਆ ਪੱਧਰ ਤੇ ਵੀ ਨਾ ਕੋਈ ਪਰਿਭਾਸ਼ਾ ਤੇ ਨਾ ਕੋਈ ਚੀਜ਼ਾਂ ਨੇ, ਆਪਣਾ ਆਪਣਾ ਇੱਕ ਸਿਸਟਮ। ਸਰ, ਜਦੋਂ ਪਾਕਿਸਤਾਨ ਤੋਂ ਹਾਫਿਜ਼ ਸਈਦ ਦੇ ਆਂਦੇ ਆਇਆ ਕਿੱਥੇ, ਜਿਹੜੇ ਇੱਥੇ ਉਹ ਪਾਕਿਸਤਾਨ ਤੋਂ ਆ ਗਿਆ, ਸਾਰੇ ਨਾਰਥ ਈਸਟ ਚ ਕਿੱਥੋਂ ਆਏ ਸੀ, ਤਾਂ ਟੈਰਰਿਜ਼ਮ ਜਿਹਨੂੰ ਕਿਹਾ ਜਾਂਦਾ ਸੀ ਉਹਦੇ ਨਾਲ ਐਗਰੀਮੈਂਟ ਤੋਂ ਬਾਅਦ ਉੱਥੇ 371 ਲੱਗੀ ਹੈ। ਜਿਹਨੂੰ ਤੁਸੀਂ ਇੱਕ ਸਮੇਂ ਟੈਰਰਿਸਟ ਕਹਿ ਰਹੇ ਸੀ, ਉਹਨਾਂ ਨਾਲ ਬੈਠ ਕੇ ਨੈਗੋਸ਼ੀਏਸ਼ਨ ਕੀਤੀ, ਗੱਲਬਾਤ ਕੀਤੀ। ਅਸਾਮ 'ਚ ਜਿਨ੍ਹਾਂ ਨੂੰ ਇੱਕ ਸਮੇਂ ਤੁਸੀਂ ਅੱਤਵਾਦੀ ਕਹਿ ਰਹੇ ਸੀ, ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ। ਔਰ ਜਦੋਂ ਡੈਮੋਕ੍ਰੈਟਿਕ ਪ੍ਰੋਸੈਸ 'ਚ ਆ ਜਾਂਦੇ ਨੇ, ਜੇ ਤਾਂ ਆ ਕੇ ਉਹ ਉਸ 'ਚ ਆ ਜਾਣ, ਉਹੀ ਬਣ ਜਾਂਦੇ ਨੇ, ਰੂਲਰ ਵੀ ਬਣ ਜਾਂਦੇ ਨੇ ਬਥੇਰੇ ਥਾਂ। ਔਰ ਪਰ ਸਵਾਲ ਇਹ ਹੈ ਕਿ ਟੈਰਰਿਜ਼ਮ ਦੀ ਜਿਹੜੀ ਨੇਚਰ ਹੈ ਓਵਰਆਲ, ਅਮਰੀਕਾ ਨੇ ਵੀ ਟੈਰਰਿਸਟਾਂ ਨੂੰ ਇਸ ਢੰਗ ਨਾਲ ਮਾਰਨ ਦੀ ਟਰਾਈ ਤਾਂ ਕੀਤੀ ਨਾ, ਜਦੋਂ ਐਲਾਨ ਜੰਗ ਕੀਤਾ। ਪਹਿਲਾਂ ਅਮਰੀਕਾ ਹੋਰ ਤਰ੍ਹਾਂ ਸੋਚਦਾ ਸੀ ਕਿ ਉਹਦਾ ਵਜੂਦ ਦੁਨੀਆ 'ਚ ਵੱਧ ਰਿਹਾ ਜਾਂ ਘਟ ਰਿਹਾ। ਜਦੋਂ 370 ਰਿਮੂਵ ਕਰਨ ਦਾ ਕੁਐਸਚਨ ਸੀ, ਉਦੋਂ ਇਹੀ ਹੋ ਗਿਆ ਵੀ ਸਾਰਾ ਕੁਝ ਹੀ 370 ਕਰਕੇ ਹੋ ਰਿਹਾ।
ਬਲਕਿ ਸਿਸਟਮ ਇਦੋਂ ਹੋਰ ਸੀ। 1987 ਦੀ ਜਿਹੜੀ ਇਲੈਕਸ਼ਨ ਰਿਗ ਹੋਈ, ਇਹ ਸਾਰੇ ਬੰਦੇ ਤਾਂ ਇਲੈਕਸ਼ਨ ਲੜਨਾ ਚਾਹੁੰਦੇ ਸੀ। ਜਸਨ ਮਲਕ ਤੋਂ ਲੈ ਕੇ ਸਾਰੇ ਬੰਦੇ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਸੀ, ਔਰ ਹੋਮ ਮਿਨਿਸਟਰ ਨੇ ਆਪ ਕਿਹਾ ਉਸ ਰਿਗਡ ਇਲੈਕਸ਼ਨ ਬਾਰੇ ਤਾਂ ਹੁਣ ਕੰਟਰੀ ਦਾ ਜਿਹੜਾ ਨੈਰੇਟਿਵ ਆ ਉਹ ਸਭ ਦਾ ਸਾਂਝਾ ਨਹੀਂ, ਸਾਂਝਾ ਨਹੀਂ ਹੈ, ਸਾਂਝਾ ਨਹੀਂ ਹੈ। ਉਹ ਤਾਂ ਸਾਰੇ ਮੰਨਦੇ ਆ ਕਿ ਜੇ ਮੰਨਦੇ ਇਲੈਕਸ਼ਨ ਸੀ, ਜਿਸ ਤਰੀਕੇ ਨਾਲ ਜੀਐਮ ਸ਼ਾਹ ਨੂੰ ਲਿਆਂਦਾ ਗਿਆ, ਜਿਸ ਤਰੀਕੇ ਨਾਲ ਇਹਨਾਂ ਤੋਂ ਸੱਤਾ ਖੋਈ ਗਈ, ਜੇ ਮੰਨਦੇ ਨੇ ਤਾਂ J&K ਦੇ ਵਿੱਚ ਉਹਨਾਂ ਨੂੰ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਇੱਕ ਮਾਹੌਲ ਵੀ ਨਹੀਂ ਦਿੱਤਾ ਜਾਣਾ। ਉਹ ਤਾਂ ਹੁਣ ਆਏਗਾ ਨਾ, ਲੋਕਾਂ ਦੇ ਰਿਪਰੈਜ਼ੈਂਟੇਟਿਵ ਚੁਣੇ ਜਾਣੇ ਨੇ। ਜਦੋਂ ਹੁਣ ਕਿਵੇਂ ਆ ਜਾਏਗਾ, ਜਦੋਂ ਪਹਿਲਾਂ ਵੀ ਲੋਕਾਂ ਦੇ ਚੁਣੇ ਜਾਂਦੇ ਸੀ, ਜਦੋਂ ਇੱਕ ਆਈਟੀ ਚੋਣ ਹੈ, ਉਸ ਤੋਂ ਬਾਅਦ ਅਸੀਂ ਫੇਅਰ ਇਲੈਕਸ਼ਨਸ ਵੀ ਦੇਖੀਆਂ ਜਿਹੜੀ ਇਲੈਕਸ਼ਨ ਸਾਡੇ ਕੰਟਰੀ ਚ और चुन के करेंगे क्या वो लोग? ਐਸਪੀ ਜੀ ਜਿਹੜੀ ਇਲੈਕਸ਼ਨ ਦੇਸ਼ ਚ ਹੋਈ 87 ਤੋਂ ਬਾਅਦ ਅਸੀਂ ਫੇਅਰ ਇਲੈਕਸ਼ਨਸ ਦੇਖੀਆਂ ਨੇ। ਤੁਸੀਂ ਮੈਨੂੰ ਇਹ ਦੱਸੋ, ਇਹਨੂੰ ਇੱਕ ਡਿਫਰੈਂਟ ਤਰੀਕੇ ਨਾਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਸ ਇੱਕੋ ਤੁਸੀਂ- ਪੁਆਇੰਟ ਤੇ, ਜੀ। ਕਿ ਦੇਸ਼ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹਨੂੰ ਸਾਰੇ ਫੇਅਰ ਮੰਨਦੇ ਨੇ? ਇਹਦੇ ਤੇ ਵੀ ਤਾਂ ਐਲੀਗੇਸ਼ਨ ਲੱਗ ਰਹੇ ਨੇ। ਉਹ ਬਹੁਤ ਲਾਰਜਰ ਨਹੀਂ ਹੈ, ਨਹੀਂ, ਮੈਂ ਉਹਦੀ ਵੈਲਿਡਿਟੀ ਤੇ ਨਹੀਂ ਕਿੰਤੂ ਕਰ ਰਿਹਾ, ਪਰ ਮੈਂ ਕਹਿ ਰਿਹਾ ਫਰੇਮਵਰਕ ਹੋਣਾ ਚਾਹੀਦਾ। ਜੀ ਗੱਲ ਹੈਗੀ ਹੈ ਜੀ, ਜਿਹੜਾ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਭਾਸ਼ਣ ਸੀਗਾ, ਜੀ, ਉਹਦੇ ਵਿੱਚ ਦੋ ਤਿੰਨ ਚੀਜ਼ਾਂ ਕਹੀਆਂ ਕਿ ਜੀ ਕਰਪਸ਼ਨ, ਪਰਿਵਾਰਵਾਦ, ਵਾਇਲੈਂਸ ਜਿਹੜੀ ਸੀਗੀ ਉਹ 370 ਮੈਂ ਲਾਈਨ ਉਹਨਾਂ ਦਾ ਇਜਾਜ਼ਤ ਮੈਂ ਲਾਈਨ ਪੜ੍ਹ ਦਿਆਂ। ਪ੍ਰਧਾਨ ਮੰਤਰੀ ਜੀ ਉਹਨਾਂ ਨੇ ਕਿਹਾ ਆਰਟੀਕਲ 370 ਤੇ ਆਰਟੀਕਲ 35A ਨੇ ਸਿਰਫ ਆਤੰਕਵਾਦ ਦਿੱਤਾ ਹੈ, ਵੱਖਵਾਦ ਦਿੱਤਾ ਹੈ, ਨੈਪੋਟਿਜ਼ਮ ਦਿੱਤਾ ਹੈ, ਭਾਈ ਭਤੀਜਾਵਾਦ ਤੇ ਬਹੁਤ ਵੱਡੇ ਲੈਵਲ ਦੀ ਕਰਪਸ਼ਨ ਜੰਮੂ ਕਸ਼ਮੀਰ ਨੂੰ, ਤੇ ਇਹਨੂੰ ਪਾਕਿਸਤਾਨ ਨੇ ਹਥਿਆਰ ਦੇ ਤੌਰ ਤੇ ਵਰਤਿਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਰਪਸ਼ਨ ਪੂਰੇ ਇੰਡੀਆ ਦੇ ਵਿੱਚ ਹੈ ਕਿ ਸਾਰੇ ਯੂਟੀ ਬਣਾਏ ਜਾਣਗੇ, ਕਿ ਨੈਪੋਟਿਜ਼ਮ ਪੂਰੇ ਇੰਡੀਆ ਦੇ ਵਿੱਚ ਹੈ ਕਿ ਸਾਰਿਆਂ ਦਾ ਇਹੀ ਇਲਾਜ ਹੈਗਾ ਕਿ ਯੂਟੀ ਬਣਾਇਆ ਜਾਏਗਾ। ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ, ਪਹਿਲਾਂ ਆਪਾਂ ਇਹ ਕਹਿ ਰਹੇ ਸੀਗੇ ਕਿ ਪਾਕਿਸਤਾਨ ਦੀ ਵਜ੍ਹਾ ਕਰਕੇ ਸਾਰਾ ਕੁਝ ਹੋ ਰਿਹਾ, ਹੁਣ ਅਸੀਂ ਇਹ ਕਹਿਤਾ, ਨੈਰੇਟਿਵ ਸ਼ਿਫਟ ਕਰਤਾ ਕਿ 370 ਦੀ ਵਜ੍ਹਾ ਕਰਕੇ ਸਭ ਕੁਝ ਹੋ ਰਿਹਾ। ਕਿਆ ਉਹ ਸਹੀ ਸੀਗਾ? ਇਹ ਸਹੀ ਹੈ। ਜਿੱਥੇ ਤੱਕ ਕਾਂਗਰਸ ਦਾ ਸਵਾਲ ਹੈ, ਤੁਸੀਂ ਕੀਤਾ ਹੈ, ਕਾਂਗਰਸ ਨੇ ਇਸ ਚੀਜ਼ ਦੇ ਉੱਪਰ ਕਦੇ ਸੀਰੀਅਸਲੀ ਇਦਾਂ ਲੱਗਦਾ ਸੋਚਿਆ ਹੀ ਨਹੀਂ ਸੀਗਾ ਕਿ ਅਗਰ ਇਹ ਇਵੈਂਚੁਅਲਿਟੀ ਆਉਂਦੀ ਹੈ ਇਹਦੇ ਵਿੱਚ ਅਸੀਂ ਕੀ ਰਿਐਕਟ ਕਰਾਂਗੇ। ਉਹਦੇ ਨਾਲ ਕੀ ਹੋਇਆ, ਪਾਰਟੀ ਇੱਕ ਖਿੰਡੀ ਹੋਈ ਨਜ਼ਰ ਆਈ। ਜਿਹੜੀ ਪਾਰਟੀ ਦਾ ਆਈਡੀਓਲੋਜੀਕਲ ਸਟੈਂਸ ਪਹਿਲਾਂ ਹੋਇਆ ਕਰਦਾ ਸੀ, ਉਹ ਸਾਰਾ ਖਤਮ ਹੋ ਗਿਆ। ਸਟੈਂਸ ਵੀ ਖਿਲਿਆ ਹੋਇਆ ਕਾਂਗਰਸ ਦਾ ਪਹਿਲਾਂ ਇਲੈਕਸ਼ਨਾਂ ਤੋਂ ਹੀ ਸਟੇਟਮੈਂਟ ਤੋਂ ਆਈ ਜੇ ਆਪਾਂ ਦੇਖਦੇ ਇਹ ਅੱਜ ਨਹੀਂ, ਕਾਂਗਰਸ ਦੀ ਕਨਵਿਕਸ਼ਨ ਫੈਡਰਲਿਜ਼ਮ ਦੇ ਵਿੱਚ ਕਦੋਂ ਸਾਨੂੰ ਦਿਖਾਈ ਦਿੱਤੀ ਸੀ? ਕਦੇ ਵੀ ਨਹੀਂ ਸੀ। ਕਾਂਗਰਸ ਦੀ ਜਿਹੜੀਆਂ ਰਾਜਾਂ ਨੇ ਅਸੀਂ ਤਾਂ ਭੁਗਤ ਭੋਗੀਆਂ ਹੈਗੇ ਨੇ, ਉਹਨਾਂ ਦਾ ਪੰਜਾਬੀ ਸੂਬਾ ਵੀ ਲੜ ਕੇ ਲਿਆ, ਜਿਹੜਾ ਕਾਂਗਰਸ ਦਾ ਰੈਂਕ ਫਾਈਲ ਹੈ ਉਹਦੇ ਵਿੱਚ ਇੰਨੀ ਜ਼ਿਆਦਾ ਜੀ 370 ਵੀ ਕਾਂਗਰਸ ਨੇ ਰਿਡਿਊਸ ਕਰਨੀ ਸ਼ੁਰੂ ਕਰਤੀ ਸੀ। ਉਦੋਂ ਕਾਂਗਰਸ ਨੇ ਕੀਤੀ ਲਗਾਤਾਰ, ਹਾਂ, ਮਤਲਬ ਉਦੋਂ ਤੋਂ 53 ਤੋਂ ਲੈ ਕੇ ਲਗਾਤਾਰ ਡਿਲੂਸ਼ਨ ਕਾਫੀ ਹੱਦ ਤੱਕ ਕੀਤੀ। ਮੈਨੂੰ ਦੱਸੋ ਕਿ ਤੁਸੀਂ ਇਹ ਕੰਸੀਡ ਕਰਦੇ ਹੋ ਕਿ ਬੀਜੇਪੀ ਆਪਣੇ ਬਿਆਨੀਏ ਦੇ ਪ੍ਰਤੀ ਅਤ ਦਰਜੇ ਦੀ ਇਮਾਨਦਾਰ ਰਹੀ ਹੈ? ਉਹ ਦਹਾਕਿਆਂ ਤੋਂ ਕਹਿ ਰਹੇ ਸਨ ਕਿ ਅਸੀਂ ਇਸ ਧਾਰਾ ਦੇ ਖਿਲਾਫ ਹਾਂ। ਜੇ 303 ਸੀਟਾਂ ਆਉਣ ਤੋਂ ਬਾਅਦ ਵੀ ਉਹ ਇਸ ਧਾਰਾ ਨੂੰ ਨਹੀਂ ਬਦਲਦੇ, ਨਹੀਂ ਹਟਾਉਂਦੇ, ਤਾਂ ਸਾਡੇ ਵਰਗੇ ਹੀ ਲੋਕ ਕਹਿੰਦੇ ਕਿ ਇਹ ਤਾਂ ਦੇਖੋ ਜੀ ਇਹਨਾਂ ਦੀ ਫੁੱਲ ਮੈਜੋਰਿਟੀ ਸੀ, ਉਦੋਂ ਤਾਂ ਇਹਨਾਂ ਨੇ ਕੀਤਾ नहीं, ये तो सिर्फ वोटा लेने लिए कर देने। नहीं एसपी जी, इसको आप गलत फ्रेम कर रहे हैं। ये बात मानी जाए कि उन्होंने अपने प्रोमिसेस फुलफिल किए हैं। प्रोमिसेस को फुलफिल करने का भी तरीका संविधान के थ्रू होना चाहिए। क्या अगर सच में इनको प्रोमिस फुलफिल करना था तो क्या ये कश्मीर की आवाम की बात नहीं सुन सकते थे? वहां के इलेक्शन होने देते, वहां की लेजिस्लेटिव असेंबली की बात सुनते, वहां पे डिस्कशन होने देते, वहां के 2 पूर्व सीएम 3 पूर्व सीएम को आप नजरबंद कर देते हैं, जेल में डाल देते हैं। ये कोई तरीका हुआ? अगर आप उनकी तरफ से भी देखें, जो उनके प्रोमिसेस हैं, एक मेरी बात पूरी होने दीजिए, वो सब संविधान के घेरे में होने चाहिए। कल ये राम मंदिर की बात करते तो इलीगल तरीके से बना देंगे क्या? यूसीसी की बात करते हैं, क्या वो इलीगल तरीके से बना देंगे? इन्होंने एक कंप्लीट फ्रॉड ऑन द कॉन्स्टिट्यूशन किया है। और वाजपेयी जी ने 3 शब्द की बात की थी, वाजपेयी जी ने 3 शब्दों की बात की थी, कश्मीरियत, जमहूरियत और इंसानियत। तीनों का मर्डर किया गया, कश्मीरियत को खत्म किया गया, जमहूरियत को खत्म किया गया और इंसानियत तो रही नहीं। इवन कॉन्स्टिट्यूशन को ਹਮੀਦ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬੀਜੇਪੀ ਨੇ ਇਹ ਕਿਹਾ ਸੀ ਕਿ ਅਸੀਂ ਇਹ ਕਰਾਂਗੇ, ਉਹ ਦਹਾਕਿਆਂ ਤੋਂ ਕਹਿ ਰਹੇ ਸੀ ਤੇ ਉਹਨਾਂ ਨੇ ਕੀਤਾ। ਤੁਹਾਨੂੰ ਲੱਗਦਾ ਰਾਜਨੀਤਿਕ ਤੌਰ ਦੇ ਉੱਤੇ ਉਹ ਆਪਣੇ ਬਿਆਨੀਏ ਦੇ ਪ੍ਰਤੀ ਇਮਾਨਦਾਰ ਰਹੇ ਨੇ? ਲਿਬਰਲ ਧਿਰ ਆਪਣੇ ਬਿਆਨੀਏ ਦੇ ਪ੍ਰਤੀ ਇਮਾਨਦਾਰ ਨਹੀਂ ਰਹੀ ਹੈ। ਪਰ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਲੋਕ ਬਿਲੀਵ ਕਰਨਗੇ ਕਿ ਜੋ ਕਹਿੰਦੇ ਨੇ ਉਹ ਕਰਦੇ ਨੇ। ਜੇ ਉਹ ਕਹਿੰਦੇ ਨੇ ਉਹ ਕਰਦੇ ਤਾਂ ਹੈ ਨਹੀਂ, ਜੇ ਸਾਰੇ ਉਹ ਕਰਦੇ ਹੁੰਦੇ ਫਿਰ ਲੋਕ ਬਿਲੀਵ ਕਰਦੇ। ਕਿਹਾ ਤਾਂ ਉਹਨਾਂ ਨੇ ਇਹ ਵੀ ਹੈ ਕਿ 2 ਕਰੋੜ ਨੌਕਰੀਆਂ ਹਰ ਸਾਲ ਕਰਾਂਗੇ, 45 ਸਾਲਾਂ ਦੀ ਸਭ ਤੋਂ ਘੱਟ ਜ਼ਿਆਦਾ ਬੇਰੁਜ਼ਗਾਰੀ। ਕਸ਼ਮੀਰੀਆਂ ਨੂੰ ਕਿਹਾ ਜ਼ਰੂਰ ਨੌਕਰੀਆਂ ਦੇਾਂਗੇ। ਨਹੀਂ, ਇਹਦਾ ਮਤਲਬ ਕਸ਼ਮੀਰੀਆਂ ਨੂੰ ਦੇ ਦੇਣਗੇ। ਦੇਸ਼ ਦੇ ਵਿੱਚ ਜਿੱਥੇ 45 ਸਾਲ ਦਾ ਇੱਕ ਮਤਲਬ ਫੈਕਚੁਅਲ ਪੋਜੀਸ਼ਨ ਗਵਰਨਮੈਂਟ ਦੀ ਹੈ, ਤਾਂ
ਕਿਹਾ ਤਾਂ ਉਹਨੇ ਇਹ ਵੀ ਸੀ ਕਿ ਕਿਸਾਨਾਂ ਨੂੰ ਅਸੀਂ ਬਿਲਕੁਲ ਡਬਲ ਭਾਅ ਸਵਾਮੀਨਾਥਨ ਮੁਤਾਬਕ ਦੇ ਦਾਂਗੇ ਔਰ ਉਹਦੇ ਚੋਂ ਰਿਡਿਊਸ ਕਿਉਂ ਕਰ ਗਏ। ਕਿਹਾ ਤਾਂ ਉਹਨਾਂ ਨੇ ਇਹ ਵੀ ਹੈ ਸਾਰੇ ਕਿਤੇ ਕਿ ਸਾਰੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ, ਸਬਕਾ ਸਾਥ ਸਬਕਾ ਵਿਕਾਸ। ਸਬਕਾ ਸਾਥ ਕਿੱਥੇ ਹੈ? ਵਿਕਾਸ ਠੀਕ ਹੈ, ਤੁਸੀਂ ਕਹਿੰਦੇ ਜਾਓ ਜੋ ਮਰਜ਼ੀ और सबका विश्वास, अब और सबका सबका विश्वास भरोसा आ जीत गया। हो रही है। अब तो सब मतलब ਕੱਲੀ ਗੱਲ ਉਹ ਨਹੀਂ ਹੈ, ਪਰ ਇਹ ਗੱਲ ਠੀਕ ਹੈ ਕਿ ਜਿਹੜਾ ਮੇਜੋਰ ਇਹਦੇ ਨਾਲ ਇਹ ਸਾਬਤ ਹੋ ਰਿਹਾ ਹੌਲੀ ਹੌਲੀ ਜਿਹੜਾ ਇੱਕ ਪਹਿਲਾ ਨੈਰੇਟਿਵ ਚੱਲਦਾ ਸੀ ਕਿ ਜਿਹੜਾ ਮੇਜੋਰਿਟੇਰੀਅਨਿਜ਼ਮ ਇੱਕ ਹੈ ਇਹ ਸੰਵਿਧਾਨ ਨੂੰ ਉਧਰ ਨੂੰ ਲਿਜਾ ਰਿਹਾ ਔਰ ਸਾਡੀ ਡੈਮੋਕ੍ਰੇਸੀ ਬਾਰੇ ਇੱਕ ਸਵਾਲ ਖੜਾ ਹੋ ਗਿਆ। ਇਹ ਸੋਚਣਾ ਪਏਗਾ ਕਿ ਕੀ ਜਿਹਨੂੰ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਸੀਟਾਂ ਆ ਜਾਣ ਉਹਦੇ ਨਾਲ ਮੈਜੋਰਟੀ ਕੰਟਰੀ ਹੈ ਜਾਂ ਨਹੀਂ, ਇਹੀ ਡੈਮੋਕ੍ਰੇਸੀ ਦਾ ਮਾਡਲ ਚੱਲੇ ਜਾਂ ਡੈਮੋਕ੍ਰੇਸੀ ਦੇ ਵਿੱਚ ਸੱਤਾ ਦੇ ਵਿੱਚ ਹੋਰਾਂ ਲੋਕਾਂ ਦੀ ਹਿੱਸੇਦਾਰੀ ਵਧਾਈ ਕਿਵੇਂ ਜਾਵੇ, ਡੈਮੋਕ੍ਰੇਸੀ ਕਿਹਨੂੰ ਕਿਹਾ ਜਾਵੇ, ਉਹਦੇ 'ਚ ਕੋਈ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੋਵੇ, ਸਾਰੇ ਲੋਕਾਂ ਦੀ ਨੁਮਾਇੰਦਗੀ ਹੋਵੇ ਔਰ ਉਹਦੇ 'ਚ ਫੈਡਰਲਿਜ਼ਮ ਤੇ ਕਿਸੇ ਬੰਦੇ ਨੂੰ ਕੀ ਇੰਨਾ ਲਾਇਸੈਂਸ ਦੇ ਦਿੱਤਾ ਜਾਏ ਕਿ ਉਹ ਜ਼ਿੰਦਗੀ ਦੇ ਬਹੁਤ ਵੱਡੇ ਫੈਸਲੇ ਕਰਦੇ, ਇਹਨੂੰ ਕਹਿੰਦੇ ਕਿ ਡੈਮੋਕ੍ਰੇਸੀ ਨਾਲ ਚੁਣੀ ਹੋਈ ਸਰਕਾਰ ਹੈ, ਉਹਨਾਂ ਦੀ ਇਨਵੋਲਵਮੈਂਟ ਤੋਂ ਬਿਨਾਂ पार्लियामेंट की वोटिंग नाल होया बकायदा नहीं पार्लियामेंट की वोटिंग की गल है ना। वोटिंग क्या हुई है? आधे घंटे पहले आपने उसी वक्त बिल दिया है और कहा कि 1 घंटे में आप अमेंडमेंट दे दीजिए। ये कहाँ की वोटिंग होती, कहाँ की जमहूरियत है? आप मुझे बताइए। कोई पार्लियामेंट्री प्रोसेस ब्रीच होया तो तुसी सुप्रीम कोर्ट च ले जा सकते हो। तो फिर तो हर मामला सुप्रीम कोर्ट जाएगा। सारे मामले एसपी जी देखिए सर प्रोसीजर्स के मामले दे हैव टिक्ड ऑल द बॉक्सेस। देखिए इमरजेंसी भी लगी थी, वो भी सुप्रीम कोर्ट गई थी इवेंचुअली। हम जरूरी नहीं है कि स्टेट के इंस्टीट्यूशंस के साथ वन थिंग ਜਿਹੜੀ ਤੁਸੀਂ ਚਾਹੋ ਕਿ ਬੀਜੇਪੀ ਇਹ ਕਰੇ ਤਾਂ ਚੰਗੇ ਸੁਖਾਵੇਂ ਪਾਸੇ ਨੂੰ ਕੋਈ ਮੋੜਾ ਕੱਟਿਆ ਜਾ ਸਕਦਾ। ਦੇਖੋ ਗੱਲ ਹੈ ਬੀਜੇਪੀ ਨੂੰ ਜਿਹੜਾ ਇਹ ਕਿਹਾ ਕਿ ਸਭ ਦਾ ਵਿਸ਼ਵਾਸ ਹਾਂ ਔਰ ਇਹ ਵਿਸ਼ਵਾਸਘਾਤ ਹੋਇਆ ਇਹਨੂੰ ਕਿਤੇ ਨਾ ਕਿਤੇ ਨੈਲੀਫਾਈ ਕਰਨਾ ਪਏਗਾ ਔਰ ਬ੍ਰਿਜਸ ਜਿਹੜੇ ਹੈਗੇ ਆ ਨਵੇਂ ਤਰੀਕੇ ਦੇ ਨਾਲ ਕਿਉਂਕਿ ਦੇਖੋ ਜਦ ਤੁਹਾਡੇ ਇਫ ਇਟ ਐਕਚੁਅਲੀ ਹੈਪਨਸ ਜੇ ਇਨਵੈਸਟਮੈਂਟ ਹੋਵੇ ਨੌਕਰੀਆਂ ਮਿਲਣ ਤੇ ਨਰਮ ਹੱਥ ਸਟੇਟ ਦਾ ਉੱਥੇ ਦਿਖਾਈ ਦੇਵੇ। ਦੇਖੋ ਅਗਰ ਉੱਥੇ ਦੇ ਲੋਕ ਕਸ਼ਮੀਰ ਦੇ ਲੋਕ ਖਾਸ ਤੌਰ ਪਰ ਵੈਲੀ ਦੇ ਲੋਕ ਇਹ ਮਹਿਸੂਸ ਕਰਨ ਤੋਂ ਹਟ ਜਾਣ ਕਿ ਸਾਡੇ ਪਰ ਇਹ ਆਪਰੇਸ਼ਨ ਨਹੀਂ ਹੈ ਬਲਕਿ ਇੱਕ ਸੱਚਾ ਸੁੱਚਾ ਹੱਥ ਜਿਹੜਾ ਹੈਗਾ ਸਾਡੇ ਵੱਲ ਵੱਧ ਰਿਹਾ ਹੋ ਸਕਦਾ ਹੈ ਕਿ ਵਾਇਲੈਂਸ ਔਰ ਉਹ ਚੀਜ਼ਾਂ ਜਿਹੜੀਆਂ ਕੱਢਣ, ਲੇਕਿਨ ਇਹ ਡਿਪੈਂਡ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉੱਥੇ ਦਾ ਆਵਾਮ ਕਿਸ ਤਰੀਕੇ ਨਾਲ ਗੋਲਡਨ ਚਾਂਸ ਫॉर ਮੋਦੀ ਕਿ ਉਹ ਸਟੇਟਸਮੈਨ ਦੇ ਤੌਰ ਤੇ ਦੇਖੇ ਜਾਣ, ਇਸ ਲਈ ਉਹ ਜਿਆ ਕਰ ਸਕਦੇ ਨੇ। ਨਹੀਂ ਦੇਖੋ ਹਜੇ ਤਾਂ ਨਹੀਂ ਲੱਗ ਰਿਹਾ ਕਿਸੇ ਦੇ ਹੱਥ ਬੰਨ ਕੇ ਉਹਦੇ ਚਪੇੜਾ ਮਾਰੀ ਚਲੋ ਉਸ ਤੋਂ ਬਾਅਦ ਕਹਿੰਦੇ ਤੇਰਾ ਬੜਾ ਭਲਾ ਹੋ ਰਿਹਾ ਤਾਂ ਉਹ ਤਾਂ ਚੀਜ਼ ਜਿਹੜੀ ਹੈਗੀ ਆ ਬੈਂਸ ਸਾਹਿਬ ਬੈਠੇ ਨਹੀਂ ਉਹਨਾਂ ਨੇ ਬੜਾ ਇਤਰਾਜ਼ ਕਰਨਾ ਸੀਗਾ, ਤੁਸੀਂ ਫਿਰ ਉਸ ਕਿਸਮ ਦੀ ਪਿਕਚਰ ਪੇਂਟ ਕਰਦੇ ਹੋ। ਮੇਰੇ ਤੇ ਉਹਨਾਂ ਨੇ ਬੜਾ ਇਤਰਾਜ਼ ਨਹੀਂ ਮਤਲਬ ਇਸ ਤਰ੍ਹਾਂ ਦੀ ਹੁਣ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ, ਹੁਣ ਉਹ ਡਿਪੈਂਡ ਕਰਦਾ ਹੈ ਹੱਥ ਖੋਲਣਗੇ ਫਿਰ ਕਿਹਾ ਸੀ ਇੱਕ ਵਾਰ भी यदि कोई कश्मीर की प्रॉब्लम हल कर सकता है तो वो नरेंद्र मोदी है। वो बार-बार चल रहे पर उन्होंने पता लग रहा है कि उस बाद ये तो इमरान खान ने भी किया सी, ये तो इमरान खान भी कह रहे थे और वो सारे के सामने है। अब महबूबा मुफ्ती जी ने ये भी कहा है कि हमें लगता है हमने गलती की भारत के साथ जाके। ਇਹ ਗੱਲ ਪਹਿਲਾਂ ਉਮਰ ਅਬਦੁੱਲਾ ਵੀ ਕਹਿ ਚੁੱਕੇ ਨੇ ਕਿ ਉਸ ਵੇਲੇ ਅਸੀਂ ਵਾਜਪਾਈ ਨਾਲ ਜਾ ਕੇ ਗਲਤੀ ਕੀਤੀ ਸੀ। ਇਹ ਲਗਾਤਾਰ ਗਲਤੀਆਂ ਕਰਦੇ ਰਹਿੰਦੇ ਨੇ। ਜਿਹੜਾ ਇੱਕ ਡਿਸਕੋਰਸ ਬਣਾਇਆ ਜਾ ਰਿਹਾ ਹੈ ਜੇ ਤਾਂ ਦੇਸ਼ ਦੇ ਵਿੱਚ ਇਨਵੈਸਟਮੈਂਟ ਬਹੁਤ ਆ ਗਈ ਹੋਵੇ ਤੇ ਅਸੀਂ ਉੱਥੇ ਲੈ ਜਾਾਂਗੇ, ਚੱਕ ਕੇ ਕਿੱਥੋਂ ਲੈ ਜਾਓਗੇ ਤੁਸੀਂ? ਪੰਜਾਬ 'ਚ ਪੈਸਾ ਨਹੀਂ ਲੱਗ ਰਿਹਾ, ਪੰਜਾਬ ਦਾ ਕੁਝ ਨਹੀਂ, ਉੱਥੇ ਦੇ ਸਾਰੇ ਕੁਝ ਨਹੀਂ, ਨੌਕਰੀ ਇੱਥੇ ਨਹੀਂ, ਸਾਰੇ ਬੱਚੇ ਬਾਹਰ ਦੌੜ ਰਹੇ ਨੇ, ਮਾਹੌਲ ਕਿਹੋ ਜਿਹਾ ਪੈਦਾ ਕਰ ਰਹੇ ਆ। ਮੇਰੇ ਕੋਲ ਬੜਾ ਸਮਾਂ ਬਿਲਕੁਲ ਖਤਮ ਆ। ਹੁਣ ਕਸ਼ਮੀਰ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਭਰਾ ਰਹਿੰਦੇ ਨੇ ਉਹਨਾਂ ਨੂੰ ਅਸੀਂ ਇਹ ਤਾਂ ਧਰਵਾਸ ਦੇ ਹੀ ਸਕਦੇ ਹਾਂ ਕਿ ਦੇਖੋ ਘੱਟੋ ਘੱਟ ਦੇਸ਼ ਦਾ ਨੋ ਵਨ ਲੈਸ ਦੈਨ ਦਾ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਕਿ ਤੁਹਾਨੂੰ ਹੁਣ ਨੌਕਰੀਆਂ ਮਿਲਣਗੀਆਂ। ਉਹਨਾਂ ਨੇ ਇਨਵੈਸਟਰਸ ਨੂੰ ਵੀ ਕਿਹਾ ਕਿ ਭਾਈ ਇੱਥੇ ਆ ਕੇ ਆਪਣਾ ਪੈਸਾ ਲਗਾਓ, ਫਿਲਮ ਇੰਡਸਟਰੀ ਨੂੰ ਵੀ ਕਿਹਾ ਕਿ ਇੱਥੇ ਆ ਕੇ ਆਪਣਾ ਬਿਜ਼ਨਸ ਜਨਰੇਟ ਕਰੋ ਤੇ ਟੂਰਿਜ਼ਮ ਵੀ ਤੁਹਾਡਾ ਵਧੇ ਤੇ ਹਾਰਟੀਕਲਚਰ ਵੀ ਹੋਵੇ। ਸਭ ਮੈਂ ਪ੍ਰਧਾਨ ਮੰਤਰੀ ਦੀ ਸਪੀਚ ਵਿੱਚੋਂ ਪੜ੍ਹ ਰਿਹਾ ਤੇ ਜਿਹੜੇ ਉਹ ਹੱਥ ਨਾਲ ਤੁਸੀਂ ਚੀਜ਼ਾਂ ਬਣਾਉਂਦੇ ਹੋ ਹੈਂਡੀਕ੍ਰਾਫਟ ਉਹ ਵੀ ਉੱਥੇ ਬਹੁਤ ਵਿਕਣ ਤੇ ਦੁਨੀਆ 'ਚ ਦੂਰ ਦੂਰ ਤੱਕ ਜਾਣ। ਜੇ ਇਹਦੇ ਨਾਲ ਹਾਂਜੀ ਇੱਕ ਬੂਟਾ ਕੋਈ ਬੂਟਾ ਖਾਸ ਉਗਦਾ ਹੈ ਲੇਹ ਲਦਾਖ ਦੇ ਰੀਜਨ ਦੇ ਵਿੱਚ, ਆਊਟ ਆਫ ਬਾਉਂਡ ਸੀਗੀਆਂ ਪਹਿਲਾਂ ਵੀ ਤਾਂ ਓਪਨ ਹੀ ਸੀਗਾ ਸਾਰਾ ਕੁਝ ਪਹਿਲਾਂ। ਤੁਸੀਂ ਬੜੀਆਂ ਤਰੱਕੀਆਂ ਕਰੋ ਤੇ ਜੇ ਤਾਂ ਤੁਹਾਨੂੰ ਸਭ ਕੁਝ ਇਹ ਚਾਹੀਦਾ ਤਾਂ ਫਿਰ ਇਹ ਬੜੀ ਮੁਬਾਰਕ ਈਦ ਹੈ ਤੁਹਾਡੇ ਲਈ। ਰੱਖੜੀ ਦਾ ਵੀ ਵੈਸੇ ਤਿਉਹਾਰ ਹੈ, ਦੇਸ਼ ਦਾ ਵੀ ਆਜ਼ਾਦੀ ਦਿਵਸ ਹੈ। ਕਿੰਨੇ ਸਾਰੇ ਤਿਉਹਾਰਾਂ ਦੇ ਸਮੇਂ ਦੇ ਵਿੱਚ ਤੁਹਾਨੂੰ ਜੇ ਇਹ ਸਭ ਮਿਲੇ ਤੇ ਇਹ ਤੁਹਾਡੀ ਇੱਛਾ ਦੇ ਅਨੁਕੂਲ ਹੋਵੇ ਤਾਂ ਚੰਗੀ ਗੱਲ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇਹਨਾਂ ਰਿਸ਼ਤਿਆਂ ਲਈ ਕੋਈ ਬਹੁਤਾ ਸੁਖਾਵਾਂ ਨਹੀਂ ਹੋਵੇਗਾ ਤੇ ਇਹ ਸਿਆਸਤ ਦਾ ਵੀ ਇੱਕ ਟੈਸਟ ਹੈ। ਉਹ ਸਮਾਂ ਅਸੀਂ ਜਿਹੜੇ ਕਸ਼ਮੀਰ ਵਿੱਚ ਨਹੀਂ ਰਹਿੰਦੇ ਉਹ ਘੱਟੋ ਘੱਟ ਇੰਨਾ ਕੁ ਤੇ ਹੁਣ ਸਮਝ ਹੀ ਲਈਏ ਕਿ ਦਰਅਸਲ ਅਸੀਂ ਸਾਰੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਰਹਿ ਰਹੇ ਹਾਂ ਜਿਹੜੀਆਂ ਘੱਟੋ ਘੱਟ ਹੁਣ ਤੱਕ ਸੂਬੇ ਨੇ, ਕਿਉਂਕਿ ਕਦੀ ਵੀ ਇਹ ਸਭ ਤਾਂ
ਹਿਲ ਸਕਦਾ ਹੈ। ਇਹਦੇ ਪ੍ਰੋਸੀਜਰ ਤਾਂ ਆ ਹੀ ਗਏ ਨੇ। ਬਾਕੀ ਸਰਕਾਰਾਂ ਦੀ ਲੋੜ ਕਿੰਨੀ ਕੁ ਹੁੰਦੀ ਹੈ ਇਹਦੇ ਬਾਰੇ ਮੈਨੂੰ ਪਤਾ ਨਹੀਂ। ਕਰਨਾਟਕਾ ਦੇ ਵਿੱਚ 11 ਡਿਸਟ੍ਰਿਕਟਸ ਦੇ ਵਿੱਚ ਹੜ੍ਹ ਆਏ ਹੋਏ ਨੇ, ਲੋਕ ਡੁੱਬ ਰਹੇ ਨੇ, ਲੱਖਾਂ ਲੋਕੀ ਡਿਸਪਲੇਸਡ ਨੇ, ਤੇ ਸੂਬੇ ਦੇ ਵਿੱਚ ਕੁੱਲ ਸਰਕਾਰ ਦੇ ਵਿੱਚ ਇੱਕ ਚੀਫ ਮਿਨਿਸਟਰ ਹੈ ਤੇ ਕੋਈ ਮੰਤਰੀ ਨਹੀਂ ਹੈਗਾ, ਕੋਈ ਮਿਨਿਸਟਰ ਨਹੀਂ ਹੈਗਾ। ਸੋ ਇੱਕ ਬੰਦਾ ਪੂਰਾ ਸੂਬਾ ਕਰਨਾਟਕਾ ਜਿੱਡਾ ਵੀ ਚਲਾ ਸਕਦਾ ਹੈ। ਇਹ ਪਤਾ ਨਹੀਂ ਕਸ਼ਮੀਰ ਵਾਲਿਆਂ ਨੇ ਏਡੀ ਵੱਡੀ 370 ਤੇ ਆਪਣੀਆਂ ਸਰਕਾਰਾਂ ਲੈ ਕੇ ਤੇ ਆਪਣੀ ਰਿਆਸਤ ਲੈ ਕੇ ਤੇ ਕਾਰ ਤੇ ਆਪਣਾ ਝੰਡਾ ਲੈ ਕੇ ਕੀ ਕਰਨਾ ਸੀ। ਯੇਦੂਰੱਪਾ ਜੀ ਤੋਂ ਸਿੱਖੋ, ਕਰਨਾਟਕਾ ਤੋਂ ਸਿੱਖੋ। ਇੱਕ ਬੰਦੇ ਨਾਲ ਪੂਰਾ ਸੂਬਾ, ਇੱਕ ਆਦਮੀ ਨਾਲ ਪੂਰੀ ਦੇਸ਼ ਦੀ ਸਰਕਾਰ ਤੇ ਇੱਕ ਦੀ ਇੱਛਾ ਦੇ ਨਾਲ ਦੇਸ਼ ਦੇ ਸਾਰੇ ਕਾਨੂੰਨ। ਅੱਜ ਇਹ ਜਿਹੜੇ ਮੰਜ਼ਰ ਨੇ ਉਹ ਵੀ ਦੇਖਣ ਨੂੰ ਸਾਨੂੰ ਮਿਲ ਰਹੇ ਨੇ ਇਸ ਡੈਮੋਕ੍ਰੇਸੀ ਦੇ ਵਿੱਚ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।